फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। सन्मानयोग गुरु सवारियो, अज असी गुरमत का एक विषा दुख दारू कुछ विचार आप जी दे नाल साझे करांगे। जीवन का एक अहम ते जरूरी है कि ऐसा मोड़ है जिस मोड़ ते आके कई बार असी डिगदे हाँ, कई बार असी बेमुख हो जाते हाँ, कई बार असी गुरमत का मार्ग भी छड़ देंदे हाँ। एक ऐसा जिंदगी दे विच उतार चढ़ा जे आउंदे हन जिन्हों समझण तो बिना गड्डी चल नहीं सकती। संसार का हर मनुख कोई भी होवे वो हमेशा दुख मंगदा है, सुख मंगदा है। कोई मनुख भी होवे दुख कोई नहीं मंगदा, इंक्लूडिंग माई सैल्फ, मैनू विच शामिल करके। असी जो संसार वाल झात मारते हैं, घरां वाल वेखते हैं, परिवारां वाल देखते हैं, जदों भी असी गल करांगे सुखी सुख की गल करांगे, दुख की तो गल सुनने भी कोई तैयार नहीं होंदा। किसी नूं दुख की गल करो, एक दुख अपना किसी नाल साझा कर लईए तो 20 दुख घट्टो घट अगले दे तुहानूं सुनने पैणगे, क्योंकि कोई तुहाडे नालों घट दुखी अपने आप नूं दसना नहीं चाहुंदा। और इस सुखां दा जो लभना है, इंसान का एक सोच है भी ये दुनिया के साधनों विचों सुख मिल सकता है। जितने साधन वधीक होणगे, जितने माइक सुख ज्यादा होणगे, जितने दुनिया दियां ऐशो इशरत ज्यादा होएगी, इंसान उन्ना ही सुखी होएगा। ये दुनिया की सोच है, हर कोई यही सोचता है, पर इस सोच ठीक नहीं। ये इंसान की सोच असलों ही गलत है। सच्चाई तो यह है कि जिन्ने माइक सुख वधदे जांदे हन, उतना ही दुख रूपी फल होर उहदे विच लगदा जांदा है। क्योंकि माइक सुखां विच आके सुख देने वाला परमेश्वर साडी याद तो दूर होना शुरू हो जाता है। जिवें ही दात प्यारी तिसरिया दातारा दी नौबत आउंदी है, इस प्यारी दात नूं मानण विच ही मनुख सुख समझदा है, पर असल विच इस सुख का फल बहुत ही दुख वाला हुंदा है। मन पिछे तुरन वाले बंदे नूं ये भेद की समझ नहीं आती, कोई भेद समझदा नहीं। वो दुनिया वाले सुख ही मंगदा रहिंदा है
ਤੇ ਦੁਨੀਆ ਵਾਲੇ ਸੁੱਖ ਮੰਗਦਿਆਂ ਮੰਗਿਆ ਵਾਹਿਗੁਰੂ ਜੀ ਦੇ ਨਾਮ ਤੋਂ ਖਾਲੀ ਤੇ ਸਖਣਾ ਹੀ ਰਹਿ ਜਾਂਦਾ ਹੈ। ਦਰਅਸਲ ਅਸਲ ਵਿੱਚ ਸੁੱਖ ਤੇ ਦੁੱਖ ਇਹ ਜੀਵਨ ਦਾ ਇੱਕ ਅਹਿਮ ਹਿੱਸਾ ਹੈ, ਔਰ ਕਰਤਾਰ ਦੀਆਂ ਨਜ਼ਰਾਂ ਵਿੱਚ ਦੁੱਖ ਤੇ ਸੁੱਖ ਵਿੱਚ ਕੋਈ ਫਰਕ ਵੀ ਨਹੀਂ ਹੈ। ਆਤਮਿਕ ਸੁੱਖ ਜਦੋਂ ਮਿਲਦਾ ਹੈ, ਉਹ ਮਿਲਦਾ ਹੈ ਗੁਰੂ ਦੇ ਸ਼ਬਦ ਨਾਲ, ਉਹ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਨਾਲ। ਜਦੋਂ ਗੁਰੂ ਦਾ ਸ਼ਬਦ ਇਸ ਹਿਰਦੇ ਨੂੰ ਵਿੰਨ੍ਹ ਦਿੰਦਾ ਹੈ, ਗੁਰੂ ਦੇ ਸ਼ਬਦ ਦਾ ਤੀਰ ਇਸ ਨੂੰ ਵੱਜ ਜਾਂਦਾ ਹੈ, ਫਿਰ ਇਹ ਮਨ ਦੁਨੀਆ ਦੇ ਮੌਜ ਮੇਲਿਆਂ ਤੋਂ ਮੁੜ ਕੇ ਅਸਲ ਸੁੱਖ ਦੀ ਭਾਲ ਵਿੱਚ ਤੁਰ ਪੈਂਦਾ ਹੈ। ਫਿਰ ਉਹਨੂੰ ਸਮਝ ਆਉਂਦੀ ਹੈ ਕਿ ਇਹ ਜੋ ਮੈਂ ਗੱਲਾਂ ਕਰ ਰਿਹਾ ਹਾਂ, ਵਿਚਰ ਰਿਹਾ ਹਾਂ, ਇਹਨਾਂ ਵਿੱਚ ਸੁੱਖ ਨਹੀਂ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਸ ਸਚਾਈ ਨੂੰ ਸ਼੍ਰੀ ਰਾਗ ਦੇ ਇੱਕ ਸ਼ਬਦ ਰਾਹੀਂ, ਇੱਕ ਸ਼ਲੋਕ ਰਾਹੀਂ ਬਿਆਨ ਕਰਦੇ ਹਨ। ਸੁਖ ਕੋ ਮੰਗੈ ਸਭ ਕੋਇ, ਦੁੱਖ ਨਾ ਮੰਗੈ ਕੋਇ। ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਅਗਲੀ ਗੱਲ ਪਾਤਸ਼ਾਹ ਨੇ ਜਿਹੜੀ ਤੀਜੀ ਪੰਕਤੀ ਵਿੱਚ ਕੀਤੀ, ਸੁਖ ਦੁੱਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ 57 ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਤੇ ਸ਼ੋਭਤ ਹੈ। ਸੁੱਖ ਕੋ ਮੰਗੇ ਸਭ ਕੋ। ਦੁਨੀਆ ਦੀ ਸੋਚ ਦਾ ਢੰਗ ਵੱਖਰਾ ਹੈ ਤੇ ਗੁਰੂ ਨਾਨਕ ਦੀ ਸੋਚ ਦਾ ਢੰਗ ਵੱਖਰਾ ਹੈ। ਦੁਨੀਆ ਦਾ ਨਜ਼ਰੀਆ ਵੱਖਰਾ ਹੈ ਸੁੱਖ ਤੇ ਦੁੱਖ ਨੂੰ ਵੇਖਣ ਦਾ, ਪਰ ਗੁਰਮਤਿ ਦਾ ਨਜ਼ਰੀਆ ਵੱਖਰਾ ਹੈ। ਦੁਨੀਆ ਦੀ ਸੋਚ ਪਦਾਰਥਾਂ ਵਿੱਚ ਹੈ, ਪਦਾਰਥਵਾਦੀ ਹੈ। ਉਹਨਾਂ ਦੇ ਮੁਤਾਬਕ ਜਿੰਨੇ ਸਾਧਨ ਜ਼ਿਆਦਾ ਹਨ ਉਨਾ ਸੁੱਖ ਹੈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਦੀ, ਸਤਿਗੁਰੂ ਜੀ ਦੇ ਜਦੋਂ ਬਚਨ ਅਸੀਂ ਸਮਝਦੇ ਹਾਂ ਤਾਂ ਉਹ ਹੈ ਸ਼ਬਦ ਭੇਦ ਦੀ ਗੱਲ, ਸ਼ਬਦ ਸਮਝਣ ਦੀ ਗੱਲ। ਜਿਹਨੇ ਸ਼ਬਦ ਨਾਲ ਸਮਝ ਲਿਆ ਉਹਨੂੰ ਐਸੇ ਸੱਚਾਈ ਦੀ ਸਮਝ ਵੀ ਆ ਜਾਂਦੀ ਹੈ ਕਿ ਦੁੱਖ ਹੈ ਕੀ। ਦੁੱਖ ਹੈ ਪਰਮੇਸ਼ਰ ਦੇ ਵਿਸਰ ਜਾਣ ਦਾ, ਸਭ ਤੋਂ ਵੱਡਾ ਦੁੱਖ ਹੈ। ਉਸ ਦੁੱਖ ਸਾਨੂੰ ਕਦੀ ਉਹਦਾ ਖਿਆਲ ਸਾਡੇ ਮਨ ਵਿੱਚ ਨਹੀਂ ਆਇਆ। ਪਰਮੇਸ਼ਰ ਦੇ ਵਿਸਰ ਜਾਣ ਦਾ ਦੁੱਖ ਉਹ ਸਾਡੇ ਮਨ 'ਚ ਕਦੀ ਖਿਆਲ ਹੀ ਨਹੀਂ ਆਇਆ ਵੀ ਇਹ ਵੀ ਦੁੱਖ ਹੈ। ਅਸੀਂ ਉਹਨੂੰ ਦੁੱਖ ਸਮਝਦੇ ਹੀ ਨਹੀਂ। ਹਾਲਾਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ 12 ਮਹਾਂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਸੁਣਦੇ ਹਾਂ। ਇਹ ਮੁੱਖ ਕਾਰਨ ਤਾਂ ਉਹੀ ਹੈ ਨਾ, ਜੀਵਨ ਨੂੰ ਦੁਖੀ ਕਰਨ ਦਾ। ਜੀਵਨ ਵਿੱਚ ਦੁੱਖਾਂ ਦਾ ਕਾਰਨ ਕੀ ਹੈ? ਪਰਮੇਸ਼ਰ ਨੂੰ ਭੁੱਲ ਜਾਣਾ, ਪਰਮੇਸ਼ਰ ਨੂੰ ਭੁਲਾ ਦੇਣਾ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਨੂੰ ਭੁੱਲਦਾ ਹੈ, ਤਿਵੇਂ ਤਿਵੇਂ ਦੁਨੀਆ ਦੇ ਪਦਾਰਥਾਂ ਦੀ ਖਿੱਚ ਹੋਰ ਵੱਧਦੀ ਜਾਂਦੀ ਹੈ ਔਰ ਮਨੁੱਖ ਉਸ ਪਦਾਰਥਾਂ ਦੀ ਪ੍ਰਾਪਤੀ ਲਈ ਫਿਰ ਦੌੜਦਾ ਹੈ। ਤੇ ਇਹ ਦੌੜ ਵਿੱਚ ਸੁੱਖ ਨਹੀਂ ਹੈ। ਇਹਨਾਂ ਪਦਾਰਥਾਂ ਦੀ ਪ੍ਰਾਪਤੀ ਵਿੱਚ ਸੁੱਖ ਨਹੀਂ ਹੈ। ਸੁੱਖ ਸੀ ਉਸ ਵਾਹਿਗੁਰੂ ਦੀ ਯਾਦ ਵਿੱਚ, ਉਸ ਪਰਮੇਸ਼ਰ ਦੀ ਯਾਦ ਵਿੱਚ। ਉਹ ਮੇਰਾ ਸਤਿਗੁਰੂ ਇੰਨਾ ਸਮਰੱਥਾ ਹੈ ਵਾਲਾ ਹੈ, ਇੰਨੀ ਤਾਕਤ ਵਾਲਾ ਹੈ ਕਿ ਉਹ ਸਾਡੇ ਜੀਵਨ ਦੇ ਵਿੱਚ ਕਦੀ ਦੁੱਖ ਆਉਣ ਨਹੀਂ ਦਿੰਦਾ। ਅਸਲ ਵਿੱਚ ਦੁੱਖ ਸਾਡੀ ਸੋਚ ਦਾ ਇੱਕ ਹਿੱਸਾ ਬਣ ਗਿਆ ਹੈ। ਤਾਂ ਸਤਿਗੁਰੂ ਜੀ ਨੂੰ ਪੁੱਛੀਏ, ਮਹਾਰਾਜ
ਤੁਸੀਂ ਦੱਸੋ ਵੀ ਦੁੱਖ ਕੀ ਹੈ? ਤਾਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ। ਵੀ ਦੁੱਖ ਉਹ ਹੈ ਜਦੋਂ ਵਿਸਰ ਜਾਂਦਾ ਹੈ, ਨਿਰੰਕਾਰ ਵਿਸਰ ਜਾਂਦਾ ਹੈ। ਭੁੱਖ ਵਿਆਪੇ ਬਹੁਤ ਵਿਧਤਾਵ ਹੈ। ਦੁਨੀਆ ਦੇ ਪਦਾਰਥਾਂ ਦੀ ਭੁੱਖ ਅੰਦਰ ਪੈਦਾ ਹੋ ਜਾਂਦੀ ਹੈ, ਔਰ ਇਸ ਭੁੱਖ ਨੂੰ ਮਿਟਾਉਣ ਲਈ ਮਨੁੱਖ ਫਿਰ ਬਹੁਤ ਪਾਸੇ ਵੱਲ ਦੌੜਦਾ ਹੈ। ਤੇ ਸੁਖ ਸੀ ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਬੜ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋਗ ਗਈ ਹੋ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਬਚਨ ਮਾਝ ਰਾਖਦਾ ਹੈ। ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਮੇਰਾ ਵਰ ਸਮਰੱਥਾ, ਜਦੋਂ ਉਹ ਆਪਣੀ ਯਾਦ ਬਖਸ਼ ਦੇਵੇ, ਜਦੋਂ ਮੈਂ ਆਪਣੀ ਜਿੰਦ ਵਿੱਚ ਉਹਨੀ ਯਾਦ ਨੂੰ ਟਿਕਾ ਲਵਾਂ ਤਾਂ ਦੁੱਖ ਲੱਥ ਜਾਂਦੇ ਹਨ, ਚਿੰਤਾ ਮੁੱਕ ਜਾਂਦੀ ਹੈ। ਚਿੰਤਾ ਮੁੱਕ ਜਾਂਦੀ ਹੈ, ਪੀੜਾ ਦਰਦ ਤਕਲੀਫ ਹਟ ਜਾਂਦੀ ਹੈ, ਹਉਮੈ ਦੀ ਜਿਹੜਾ ਕੰਡਾ ਸੀ ਨਿਕਲ ਜਾਂਦਾ ਹੈ। ਤੇ ਉਹ ਆਪ ਹੀ ਵਾਹਿਗੁਰੂ ਇਹ ਪਾਲਣਾ ਸਾਡੀ ਕਰਦਾ ਹੈ। ਤਾਂ ਗੱਲ ਸਮਝ ਚ ਆ ਜਾਣੀ ਚਾਹੀਦੀ ਹੈ ਕਿ ਦੁੱਖ ਹੈ ਕੀ ਚੀਜ਼। ਜਦ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਾਝ ਕੀ ਵਾਰ ਵਿੱਚ ਵੀ ਇਹ ਤਾਂ ਬੋਲਣਾ ਹੀ ਬੰਦੇ ਦੀ ਸੋਚਣੀ ਫਜ਼ੂਲ ਦੀ ਹੈ ਕਿ ਉਹ ਦੁੱਖ ਛੱਡ ਕੇ ਸੁੱਖਾਂ ਦੀ ਮੰਗ ਕਰਦਾ ਜਾਵੇ। ਕਹਿੰਦੇ ਉਹਦੀ ਸੋਚਣੀ ਹੀ ਗਲਤ ਹੈ, ਮੂਲੋਂ ਹੀ ਭੁੱਲਿਆ ਹੋਇਆ ਹੈ। ਇਹ ਝੱਖ ਮਾਰਨ ਵਾਲੀ ਗੱਲ ਹੈ ਵੀ ਸੁੱਖ ਛੱਡ ਕੇ ਦੁੱਖ ਛੱਡ ਕੇ ਕਬਿਲ ਸੁੱਖਾਂ ਦੀ ਮੰਗ ਕਰੀ ਜਾਵੇ। ਸਤਿਗੁਰੂ ਜੀ ਕਹਿੰਦੇ ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀ ਗਿਆ ਸੁੱਖ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀ ਗਿਆ ਸੁੱਖ। ਇਹ ਕਹਿੰਦੇ ਝੱਖ ਮਾਰਨਾ ਹੈ, ਬੋਲਣਾ ਹੀ ਝੱਖ ਵਾਲੀ ਗੱਲ ਹੈ। ਇਹ ਨਾਨਕ ਕਿਹੜੇ ਬੋਲ ਵੀ ਦੁੱਖ ਛੱਡ ਕੇ ਸੁੱਖਾਂ ਦੀ ਮੰਗ ਕਰਦਾ ਨਹੀਂ। ਹੁਣ ਸਵਾਲ ਇਹ ਹੈ ਵੀ ਇਹ ਮੰਗ ਸਾਡੀ ਸਾਰਿਆਂ ਦੀ ਕਿਉਂ ਹੈ? ਅਸੀਂ ਅਰਦਾਸ ਵਿੱਚ ਵੀ ਸੁੱਖਾਂ ਦੀ ਮੰਗ ਕਰਦੇ ਹਾਂ। ਕਦੀ ਐਸਾ ਦੇਖਿਆ ਦੁਨੀਆ 'ਚ ਕੋਈ ਮਨੁੱਖ ਜਿਹੜਾ ਕੋਈ ਦੁੱਖਾਂ ਦੀ ਮੰਗ ਕਰਦਾ ਹੋਵੇ? ਹਰ ਬੰਦਾ ਸੁੱਖਾਂ ਦੀ ਮੰਗ ਹੀ ਕਰਦਾ ਹੈ। ਪਰ ਗੁਰੂ ਕਾ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਸਾਹਿਬ, ਇਹ ਝੱਕ ਬੋਲਣ ਦੀ ਮੰਗ ਹੈ, ਇਹ ਫਜ਼ੂਲ ਹੈ, ਇਹ ਮੰਗ ਹੀ ਫਜ਼ੂਲ ਦੀ ਹੈ। ਕਹਿੰਦੇ ਬੰਦਿਆ ਸਮਝ, ਦੁੱਖ ਤੇ ਸੁੱਖ ਇਹ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹਨ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁੱਖ। ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਮਨੁੱਖੀ ਜਾਮਾ ਹੈ, ਇਹ ਦੁੱਖਾਂ ਦਾ ਕੱਪੜਾ ਪਹਿਨਣਾ ਪਵੇਗਾ, ਕਦੀ ਸੁੱਖਾਂ ਦਾ ਕੱਪੜਾ ਪਹਿਨਣਾ ਪਵੇਗਾ। ਇਹ ਤਾਂ ਇਹ ਫਜ਼ੂਲ ਦੀ ਗੱਲਾਂ ਕਿਉਂ ਕਰਦੇ ਆ? ਕਿਉਂਕਿ ਸਾਨੂੰ ਇਹਨਾਂ ਦੀ ਸਮਝ ਨਹੀਂ ਆਈ। ਔਰ ਫਿਰ ਸਤਿਗੁਰੂ ਕਹਿੰਦੇ ਜਿੱਥੇ ਬੋਲਣ ਹਾਰੀ ਹੈ, ਤਿੱਥੇ ਚੰਗੀ ਚੁੱਪ। ਉਹ ਭੁੱਲਿਆ ਜਿਸ ਇਹ ਦੁੱਖ ਸੁੱਖ ਦੇ ਸਿਧਾਂਤ ਹੀ ਨਹੀਂ ਪਤਾ, ਤੇ ਫਿਰ ਉਹਦੀ ਰਜ਼ਾ ਵਿੱਚ ਚੱਲਣਾ ਸਿੱਖ, ਕਿਉਂਕਿ ਉਹਦੀ ਰਜ਼ਾ ਦੇ ਵਿੱਚੋਂ ਉਹਦੇ ਹੁਕਮ ਦੇ ਅਗੇਂਸਟ ਕੋਈ ਗੱਲ ਚੱਲ ਨਹੀਂ ਸਕਦੀ। ਤੇਰੇ ਬੋਲਣ ਦਾ ਕੀ ਬਣੇਗਾ? ਇੱਥੇ ਤਾਂ ਝੱਕ ਮਾਰਨ ਦਾ ਕੀ ਬਣੇਗਾ? ਝੱਕ ਮਾਰਨ ਨਾਲ ਕਰਤਾਰ ਖੁਸ਼ ਨਹੀਂ ਹੁੰਦਾ। ਤਾਂ ਸਤਿਗੁਰੂ ਜੀ ਨੇ ਜੋ ਦੁੱਖ ਦੀ ਪਰਿਭਾਸ਼ਾ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਹੈ ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰਿਆਉਂਦ। ਵਿਛੋੜਾ ਸੁਣੇ ਦੁੱਖ, ਮਾਰੂ ਰਾਗ ਵਿੱਚ ਬਚਨ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਵਿਛੋੜਾ ਸੁਣੇ। ਕਹਿੰਦੇ ਜੇ ਮੈਂ ਦੁੱਖ, ਸਭ ਤੋਂ ਵੱਡਾ ਦੁੱਖ ਹੈ ਕਿਹੜਾ? ਜਦੋਂ ਪ੍ਰਭੂ ਨਾਲ ਵਿਛੜ ਜਾਵਾਂ।
ਸਤਿਗੁਰੂ ਜੀ ਕਹਿੰਦੇ ਨੇ ਜਦੋਂ ਮੈਂ ਸੁਣਾ ਵੀ ਨਾ ਕਿਤੇ ਮੇਰਾ ਵਿਛੋੜਾ ਹੋ ਜਾਏਗਾ ਤੇ ਮੈਨੂੰ ਦੁੱਖ ਕੇ ਐਡਾ ਵੱਡਾ ਦੁੱਖ ਲੱਗਦਾ ਹੈ, ਮੈਂ ਤਾਂ ਮਰ ਜਾਂਦਾ ਹਾਂ, ਮੇਰੀ ਜਿੰਦ ਮਰ ਜਾਂਦੀ ਹੈ। ਕਿਹੜੀ ਕਦੋਂ? ਵਿਛੋੜਾ ਸੁਣੇ ਦੁੱਖ, ਤੇਰੇ ਤੋਂ ਵਿਛੜਨ ਦਾ ਨਾਂ ਸੁਣ ਕੇ ਹੀ ਜਿੰਦ ਤੜਫਦੀ ਹੈ। ਬਿੰਦ ਡਿੱਠੇ ਮਰਿਆਉਂਦ, ਤੇ ਜਿਹੜੇ ਬਿਰਹਾ ਦੀ ਪੀੜਾ ਵਿੱਚ ਵਿੰਨੇ ਹੋਏ ਹਨ, ਜਿਹੜੇ ਸਮਾਰਕ ਤੇ ਤੁਰਦੇ ਹਨ, ਉਹ ਤਾਂ ਆਪਣੇ ਪਿਆਰੇ ਤੋਂ ਬਿਨਾਂ ਹੌਸਲਾ ਕਰਦੇ ਹੀ ਨਹੀਂ। ਬਾਜ ਪਿਆਰੇ ਆਪਣੇ ਬਿਰਹੀ ਨਾ ਧਿਰੌਂਦ, ਇਹ ਬਿਰਹਾ ਦੀ ਅੱਗ ਵਿੱਚ ਜਿਹੜੇ ਚਲਦੇ ਹਨ ਉਹ ਧੀਰਜ ਨਹੀਂ ਕਰਦੇ। ਤਾਂ ਦੁੱਖ ਹੈ ਉਹਦੇ ਨਾਲ ਵਿਛੜ ਜਾਣਾ। ਅੱਜ ਸੁੱਖਾਂ ਦੇ ਸਾਧਨ ਬਹੁਤ ਹਨ, ਪਰ ਖਿਆਲ ਕਰੀਏ, ਆਮ ਗੱਲਾਂ ਜੀਵਨ ਵੱਲ ਝਾਤ ਮਾਰੀਏ, ਅੱਜ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਨਵੀਆਂ ਨਵੀਆਂ ਖੋਜਾਂ ਕਰ ਲਈਆਂ, ਕਾਢਾਂ ਕੱਢ ਲਈਆਂ। ਆਮ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ ਹੈ, ਕਿੰਨੀ ਤਰੱਕੀ ਸਾਇੰਸ ਨੇ ਕਰ ਲਈ, ਮਨੁੱਖ ਨੇ ਕਿੰਨੀ ਤਰੱਕੀ ਕਰ ਲਈ, ਕਈ ਗੱਲਾਂ ਇਹਨੇ ਸਿੱਖ ਲਈਆਂ। ਪਰ ਜਦੋਂ ਅਸੀਂ ਇਨਸਾਨ ਦੀ ਨਿੱਜੀ ਜ਼ਿੰਦਗੀ, ਸ਼ਖਸੀ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ ਜਾਂ ਆਪਣੇ ਅੰਦਰ ਖੋਲ ਕੇ ਵੇਖਦੇ ਹਾਂ, ਤਾਂ ਬੜੀ ਨਿਰਾਸ਼ਤਾ ਜੀ ਸਾਹਮਣੇ ਆਉਂਦੀ ਹੈ ਵੀ ਇੰਨੀ ਉੱਨਤੀ ਕਰ ਜਾਣ ਤੇ ਵੀ ਮਨੁੱਖ ਦੁੱਖ ਤੋਂ ਬਚਣ ਦਾ ਢੰਗ ਸਮਝ ਨਾ ਸਕਿਆ। ਸਾਧਨ ਬਹੁਤ ਇਕੱਠੇ ਕੀਤੇ, ਬਹੁਤ ਸਾਧਨ ਇਕੱਠੇ ਕੀਤੇ, ਸਾਧਨ ਬਣ ਵੀ ਬਹੁਤ ਗਏ। ਇੰਨੇ ਸਾਧਨ ਹੁੰਦਿਆਂ ਹੋਇਆਂ ਵੀ ਇਨਸਾਨ ਨੇ ਇੰਨੀ ਤਰੱਕੀ ਕਰ ਲਈ, ਬਾਹਰ ਦੀ ਤਰੱਕੀ, ਸੰਸਾਰ ਦੀ ਤਰੱਕੀ ਕਰਕੇ ਵੀ, ਪਰ ਇਹਨੂੰ ਸ਼ਾਇਦ ਅੰਦਰ ਦੀ ਤਰੱਕੀ ਦੀ ਕੋਈ ਗੱਲ ਹੀ ਸਮਝ ਨਾ ਆਈ। ਇੱਕ ਤਰੱਕੀ ਹੋਰ ਵੀ ਹੈ, ਇਹ ਮਨੁੱਖ ਦੁੱਖਾਂ ਤੋਂ ਬਚਣ ਦਾ ਢੰਗ ਨਾ ਸਿੱਖਿਆ। ਸਗੋਂ ਆਪਾਂ ਇਉਂ ਕਹਿ ਲਈਏ, ਜਾਂ ਇਹ ਕਹਿਣਾ ਵੀ ਗਲਤ ਨਹੀਂ ਹੈ, ਜਿਵੇਂ ਜਿਵੇਂ ਮਨੁੱਖ ਨੇ ਵਧੀਕ ਸਿਆਣਪਾਂ ਸਿੱਖੀਆਂ ਹਨ, ਚਤਰਾਈਆਂ ਸਿੱਖੀਆਂ ਹਨ, ਚਲਾਕੀਆਂ ਸਿੱਖੀਆਂ ਹਨ, ਤਿਵੇਂ ਤਿਵੇਂ ਇਹਦੇ ਦੁੱਖੜੇ ਹੋਰ ਵੱਧਦੇ ਜਾਂਦੇ ਹਨ। ਜਿਵੇਂ ਜਿਵੇਂ ਮਨੁੱਖ ਨੇ ਇਹ ਚਲਾਕੀਆਂ ਤੇ ਸਿਆਣਪਾਂ ਸਿੱਖ ਲਈਆਂ, ਜਿੰਨੇ ਜਿੰਨੇ ਸਾਧਨ ਵੱਧਦੇ ਚਲੇ ਗਏ, ਇਹਦੇ ਦੁੱਖਾਂ ਵਿੱਚ ਵੀ ਵਾਧਾ ਹੁੰਦਾ ਗਿਆ। ਉਦਾਸੀ, ਚਿੰਤਾ, ਇਹਨਾਂ ਤੋਂ ਬਚਣ ਲਈ ਮਨੁੱਖ ਨੇ ਕਈ ਕਾਢਾਂ ਕੱਢੀਆਂ, ਬੜੇ ਸੁੱਖਾਂ ਦੇ ਸਮਾਨ ਬਣਾਏ, ਪਰ ਸੱਚਮੁੱਚ ਜੇ ਝਾਤ ਮਾਰੀਏ ਤਾਂ ਮਨੁੱਖ ਨੂੰ ਇਹਦੇ ਵਿੱਚ ਅਜੇ ਤੱਕ ਵੀ ਕਾਮਯਾਬੀ ਹਾਸਲ ਨਾ ਹੋਈ। ਉਹ ਬਿਰਲਾ ਹੀ ਹੈ। ਜ਼ਿੰਦਗੀ ਵਿੱਚ ਸਾਨੂੰ ਬਹੁਤ ਦੁੱਖ ਕਲੇਸ਼ ਸਹਾਰਨੇ ਪੈਂਦੇ ਹਨ। ਕਈ ਘਟਨਾ ਜੀਵਨ ਵਿੱਚ ਵਾਪਰਦੀਆਂ ਹਨ, ਆਮ ਜ਼ਿੰਦਗੀ ਦੀ ਗੱਲ ਕਰ ਰਿਹਾ ਹਾਂ, ਪਰ ਹਰ ਘਟਨਾ ਦੀ ਅਸਲੀਅਤ ਸਾਰੀ ਦੀ ਸਾਰੀ ਅਸੀਂ ਸਮਝ ਨਹੀਂ ਸਕਦੇ। ਘਟਨਾ ਬਹੁਤ ਵਾਪਰਦੀਆਂ ਨੇ, ਪਰ ਜ਼ਿੰਦਗੀ ਵਿੱਚ ਵਾਪਰੀ ਹੋਈ ਹਰ ਘਟਨਾ ਦੀ ਅਸਲੀਅਤ ਸਾਰੀ ਦੀ ਸਾਰੀ ਅਸੀਂ ਸਮਝ ਨਹੀਂ ਸਕਦੇ। ਅਸੀਂ ਓਨਾ ਹੀ ਸਮਝ ਸਕਦੇ ਹਾਂ, ਓਨਾ ਹੀ ਵੇਖ ਸਕਦੇ ਹਾਂ, ਜਾਂ ਓਨਾ ਹੀ ਮਹਿਸੂਸ ਕਰ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ, ਜਿੰਨੇ ਨਾਲ ਸਾਡਾ ਵਾਹ ਪੈਂਦਾ ਹੈ। ਜਿੰਨਾ ਕਿ ਸਾਡਾ ਵਾਹ ਪੈਂਦਾ ਹੈ, ਉਹ ਬਸ ਓਨਾ ਹੀ ਅਸੀਂ ਮਹਿਸੂਸ ਕਰ ਸਕਦੇ ਹਾਂ। ਉਨੇ ਚਿਰ ਲਈ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ, ਅਨੁਭਵ ਕਰਦੇ ਹਾਂ, ਜਿੰਨਾ ਚਿਰ ਉਹ ਘਟਨਾ ਜਾਂ ਉਹ ਦੁੱਖ ਕਲੇਸ਼ ਸਾਡੇ ਸਾਹਮਣੇ ਖੜੀ ਹੈ। ਕਈ ਕਲੇਸ਼ ਐਸੇ ਆਉਂਦੇ ਹਨ ਕਿ ਕੁਝ ਸਮਾਂ ਬੀਤਣ ਤੋਂ ਬਾਅਦ ਕੋਈ ਲੁਕਵੀਂ ਜੀ ਬਰਕਤ ਹੀ ਸਾਡੇ ਲਈ ਸਾਬਤ ਹੁੰਦੇ ਹਨ, ਜੋ ਆਪਣੀ ਹੱਡ ਬੀਤੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੁਰਘਟਨਾ ਨੂੰ ਵੱਖਰਿਆ ਜਾਂ ਜਿਤਨੀ ਕਿ ਸਾਨੂੰ ਦਿਸਦੀ ਹੈ, ਉਸ ਦੇ ਅਨੁਸਾਰ ਸਮਝ ਲੈਣਾ ਇੱਕ ਬਹੁਤ ਵੱਡਾ ਭੁਲੇਖਾ ਹੈ ਸਾਡਾ। ਦੁੱਖ ਨੂੰ ਜਿੰਨਾ ਕੁ ਅਸੀਂ ਦੇਖਦੇ ਹਾਂ ਨਾ, ਉਹਨਾਂ ਕੀ ਦੇਖਦੇ ਹਾਂ, ਉਹਨਾਂ ਕੁ ਮਾਪਦੰਡ ਸਾਡਾ ਸੋਚਣ ਦਾ ਬੜੇ ਛੋਟੀ ਜੀ ਸੋਚ ਹੈ, ਤੰਗ ਦੀ ਸੋਚ ਹੈ ਕਿ ਅਸੀਂ ਦੁੱਖ ਨੂੰ ਕੇਵਲ ਉਨੇ ਕੁ ਮੰਡਲ 'ਚ ਦੇਖ ਲੈਣਾ ਜੋ ਸਾਡੇ ਨਾਲ ਵਾਪਰਿਆ ਹੈ। ਹੁਣ ਇਸ ਚੀਜ਼ ਨੂੰ ਇੱਥੇ ਤੱਕ ਸੀਮਤ ਕਰ ਦੇਣਾ ਕਿ ਸਾਡਾ ਬਹੁਤ ਵੱਡਾ ਭੁਲੇਖਾ ਹੈ।
ਉਹ ਦੁੱਖ ਉਸ ਤੋਂ ਵੱਡਾ ਵੀ ਹੋ ਸਕਦਾ ਸੀ, ਉਸ ਤੋਂ ਵੱਡਾ ਵੀ ਹੋ ਸਕਦਾ ਹੈ, ਉਹ ਘਟਨਾ ਉਸ ਤੋਂ ਵੱਡੀ ਵੀ ਹੋ ਸਕਦੀ ਹੈ। ਇਸ ਤਰ੍ਹਾਂ ਸਾਡੀ ਜ਼ਿੰਦਗੀ ਦੀਆਂ ਵਾਪਰ ਰਹੀਆਂ ਘਟਨਾਵਾਂ ਬਾਰੇ ਸਾਨੂੰ ਸਮਝਣਾ ਚਾਹੀਦਾ ਹੈ, ਜੇ ਦੁੱਖ ਦੀ ਅਸਲੀਅਤ ਨੂੰ ਸਮਝਣਾ ਹੈ। ਇਹ ਠੀਕ ਹੈ ਕਿ ਸਾਡੇ ਖਿਆਲਾਂ ਦੀ ਕਿਸੇ ਤਬਦੀਲੀ ਨਾਲ ਬਾਹਰਲੇ ਪਦਾਰਥਾਂ ਦੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ, ਕੋਈ ਫਰਕ ਨਹੀਂ ਪੈ ਸਕਦਾ। ਸੁੱਖ ਸੁੱਖ ਹੀ ਰਹੇਗਾ, ਦੁੱਖ ਦੁੱਖ ਹੀ ਰਹੇਗਾ। ਸੁੱਖ ਸੁੱਖ ਰਹੇਗਾ, ਦੁੱਖ ਦੁੱਖ ਰਹੇਗਾ। ਕੌੜੀ ਚੀਜ਼ ਕੌੜੀ ਰਹੇਗੀ, ਮਿੱਠੀ ਮਿੱਠੀ ਰਹੇਗੀ। ਫਿਰ ਵੀ ਡੂੰਘੀ ਵਿਚਾਰ ਵਿੱਚ ਇਤਨੀ ਸ਼ਕਤੀ ਹੈ, ਇਤਨੀ ਤਾਕਤ ਹੈ ਕਿ ਇਹ ਸਾਡੇ ਆਪਣੇ ਅਹਿਸਾਸ ਵਿੱਚ, ਸਾਡੇ ਅੰਦਰ, ਸਾਡੇ ਅਨੁਭਵ ਵਿੱਚ ਇੱਕ ਬੜੀ ਤਬਦੀਲੀ, ਚੇਂਜ ਕਰ ਸਕਦੀ ਹੈ। ਸਾਡੇ ਅੰਦਰ ਨੂੰ ਤਬਦੀਲੀ ਪੈਦਾ ਕਰ ਸਕਦੀ ਹੈ। ਉਹ ਪਦਾਰਥ ਜੋ ਪਹਿਲਾਂ ਸਾਨੂੰ ਬੜੇ ਮਿੱਠੇ ਲੱਗਦੇ ਹਨ ਜਾਂ ਲੱਗਦੇ ਸਨ, ਉਹ ਹੁਣ ਕੌੜੇ ਲੱਗਣ ਲੱਗ ਪੈਂਦੇ ਹਨ। ਜਾਂ ਇਸ ਦੇ ਉਲਟ ਕੌੜੀਆਂ ਤੇ ਦੁਖਦਾਈ ਘਟਨਾਵਾਂ ਹੁਣ ਸੁਖਦਾਈ ਜਾਪਣ ਲੱਗ ਪੈਂਦੀਆਂ ਹਨ। ਇਹ ਸਾਡੇ ਅੰਦਰ ਦੀ ਗੱਲ, ਸਾਰੀ ਗੱਲ ਕਰ ਰਿਹਾ ਮੈਂ। ਅਸੀਂ ਖਿਆਲਾਂ ਨੂੰ ਬੜੇ ਛੋਟੇ ਜਿਹੇ ਦਾਇਰੇ ਤੱਕ ਸੀਮਿਤ ਰੱਖਦੇ ਹਾਂ। ਕਦੀ ਇਹਦਾ ਦਾਇਰੇ ਨੂੰ ਖੋਲ ਕੇ ਰੱਖੀਏ, ਵਿਸ਼ਾਲ ਕਰਕੇ ਦੇਖੀਏ। ਹਾਲਾਂਕਿ ਬਾਹਰਲੀਆਂ ਚੀਜ਼ਾਂ ਦੇ ਦੁੱਖ ਨੇ ਦੁੱਖ ਰਹਿਣਾ, ਸੁੱਖ ਨੇ ਸੁੱਖ ਰਹਿਣਾ, ਕੌੜੀ ਨੇ ਕੌੜੀ ਰਹਿਣਾ, ਮਿੱਠੀ ਨੇ ਮਿੱਠੀ ਰਹਿਣਾ। ਲੇਕਿਨ ਸਾਡੀ ਮਹਿਸੂਸ ਸ਼ਕਤੀ ਵਿੱਚ ਅਗਰ ਚੇਂਜ ਆ ਜਾਏ, ਤਬਦੀਲੀ ਆ ਜਾਏ, ਤਾਂ ਸਾਨੂੰ ਕੌੜੀ ਚੀਜ਼ ਵੀ ਫਿਰ ਮਿੱਠੀ ਲੱਗਦੀ ਹੈ। ਬਸ ਅਸਲ ਕਹਾਣੀ ਸਾਰੀ ਸਮਝਣ ਦੀ ਇਹ ਹੈ, ਦੁੱਖਾਂ ਦੀ ਅਸਲੀਅਤ ਕੀ ਹੈ। ਆਪਾਂ ਰੋਜ਼ ਦੇ ਜੀਵਨ ਵੱਲ ਜਰਾ ਦੇਖੀਏ। ਇੱਕ ਮਨੁੱਖ ਸਾਡਾ ਮਿੱਤਰ ਬਣਦਾ ਹੈ, ਸਾਨੂੰ ਆ ਕੇ ਮਿਲਦਾ ਹੈ, ਸਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਕਈ ਵਾਰ ਸਾਡੀ ਵਡਿਆਈ ਵੀ ਕਰਦਾ ਹੈ, ਸਾਡੇ ਭਲੇ ਦੀਆਂ ਗੱਲਾਂ ਵੀ ਕਰਦਾ ਹੈ। ਰੋਜ਼ਾਨਾ ਜੀਵਨ ਦੀ ਇੱਕ ਉਦਾਹਰਨ ਜੀ ਲੈ ਰਿਹਾ ਹਾਂ। ਜਦ ਤੱਕ ਸਾਨੂੰ ਇਹ ਅਸਲੀਅਤ ਪਤਾ ਨਹੀਂ ਸੀ ਵੀ ਉਹ ਅਸਲ ਵਿੱਚ ਕੀ ਹੈ, ਉਦੋਂ ਤੱਕ ਸਾਨੂੰ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਹਨ। ਪਰ ਜਦੋਂ ਇਹ ਗਿਆਨ ਹੋ ਜਾਵੇ ਜਾਂ ਸਮਝ ਆ ਜਾਏ ਕਿ ਇਹ ਸਭ ਦਿਖਾਵਾ ਸੀ, ਇੱਕ ਜ਼ਾਹਰਦਾਰੀ ਸੀ, ਇੱਕ ਦੁਨੀਆਦਾਰੀ ਸੀ, ਲੋਕਾਂ ਵਾਂਗੂ ਸੀ, ਸਿਰਫ ਮੈਨੂੰ ਭਰਮਾਉਣ ਲਈ ਸੀ, ਤਾਂ ਫਿਰ ਸਾਨੂੰ ਉਹਦੀ ਕੋਈ ਗੱਲ ਚੰਗੀ ਨਹੀਂ ਲੱਗਦੀ। ਫਿਰ ਸਾਨੂੰ ਉਹਦੀ ਸ਼ਕਲ ਦੇਖਣੀ ਵੀ ਚੰਗੀ ਨਹੀਂ ਲੱਗਦੀ। ਹੋਇਆ ਕਿ ਬੰਦਾ ਵੀ ਉਹੀ ਹੈ, ਇਨਸਾਨ ਵੀ ਉਹੀ ਹੈ, ਮਨੁੱਖ ਵੀ ਉਹੀ ਹੈ, ਸ਼ਕਲ ਵੀ ਉਹੀ ਹੈ, ਗੱਲਾਂ ਵੀ ਉਹੀ ਨੇ। ਹੁਣ ਸਾਡੀ ਵਡਿਆਈ ਵੀ ਹੋ ਰਹੀ ਹੈ, ਪਰ ਸਾਨੂੰ ਹੁਣ ਚੰਗੀ ਨਹੀਂ ਲੱਗਦੀ। ਇੱਥੋਂ ਤੱਕ ਕਿ ਸਾਨੂੰ ਹੁਣ ਉਹਦਾ ਆਉਣਾ ਵੀ ਚੰਗਾ ਨਹੀਂ ਲੱਗਦਾ। ਕੀ ਹੋਇਆ? ਉਹ ਤਾਂ ਨਹੀਂ ਬਦਲਿਆ, ਅਸੀਂ ਵੀ ਨਹੀਂ ਬਦਲੇ, ਸਾਡਾ ਬਾਹਰਲਾ ਰੂਪ ਨਹੀਂ ਬਦਲਿਆ, ਸਾਡੀ ਸੋਚ ਬਦਲ ਗਈ, ਸਾਡੀ ਸ਼ਕਲ ਨਹੀਂ ਬਦਲੀ, ਆਕਾਰ ਨਹੀਂ ਬਦਲਿਆ, ਸਾਡੀ ਕੋਈ ਇਹ ਕੱਦ ਵੱਡਾ ਲੰਬਾ ਉੱਚਾ ਚੌੜਾ ਨਹੀਂ ਹੋ ਗਿਆ। ਸਿਰਫ ਸਾਡੀ ਸੋਚ ਦੇ ਆਧਾਰੇ ਬਦਲ ਗਿਆ, ਅਸਲੀਅਤ ਪਤਾ ਲੱਗ ਗਈ। ਅਸਲ ਕੀ ਹੈ ਨਕਲ ਕੀ ਸੀ, ਇਹ ਸਾਨੂੰ ਸਮਝ ਆ ਗਈ। ਬਸ ਦੁੱਖਾਂ ਤੇ ਸੁੱਖਾਂ ਦੀ ਕਹਾਣੀ ਵੀ ਇੰਨੀ ਕੀ ਹੈ। ਇੱਕ ਹੋਰ ਵਿਚਾਰ ਕਰੀਏ, ਥੋੜੀ ਜਿਹੀ ਹੋਰ ਅੱਗੇ ਨੂੰ ਸਮਝਣ ਲਈ ਵਿਚਾਰ ਕਰੀਏ। ਦੌਲਤ, ਪੈਸੇ ਦਾ, ਧਨ ਦਾ ਜਾਂ ਪਦਾਰਥਾਂ ਦਾ ਗਵਾਚ ਜਾਣਾ, ਕੋਈ ਮਨੁੱਖ ਹੋਵੇ ਉਹਨੂੰ ਬੜਾ ਦੁੱਖ ਜਿਹਾ ਲੱਗਦਾ ਹੈ। ਬਹੁਤ ਘੱਟ ਭਾਗਾਂ ਵਾਲਾ ਕੋਈ ਮਨੁੱਖ ਹੋਏਗਾ ਜਿਨ੍ਹਾਂ ਕਿਤੇ ਇਹੋ ਜਿਹੀ ਘਟਨਾ ਤੋਂ ਕਲੇਸ਼ ਨਾ ਵਾਪਰਿਆ ਹੋਵੇ। ਕੋਈ ਚੋਰੀ ਹੋ ਜਾਏ, ਡਾਕਾ ਪੈ ਜਾਏ, ਪੈਸਾ ਚਲਾ ਜਾਏ, ਧਨ ਚਲਾ ਜਾਏ, ਬੜਾ ਬੰਦਾ ਝੂਰਦਾ ਹੈ। ਕੋਈ ਟੈਕਸ ਵਾਲੇ ਆ ਕੇ ਰੇਡ ਕਰ ਦੇਣ, ਫਿਰ ਬੜਾ ਬਸ ਜਿਸ ਤਾਂ ਲੁੱਟੇ ਗਏ, ਮਾਰੇ ਗਏ, ਬਸ ਜੀ ਸਾਡਾ ਤਾਂ ਜ਼ਿੰਦਗਾ ਹੁਣ ਦੁੱਖਾਂ ਦਾ ਨਰਕ ਬਣ ਗਿਆ, ਹੁਣ ਅਸੀਂ ਕੀ ਕਰਾਂਗੇ। ਇਹ ਕਹਾਣੀ ਸਾਡੇ ਜੀਵਨ ਦੀ ਹੈ। ਕੋਈ ਭਾਗਾ ਵਾਲਾ ਹੀ ਹੈ ਜਿਹਨੂੰ ਇਹੋ ਜਿਹੀ ਇਸ ਘਟਨਾ ਤੋਂ ਦਾ ਜੀਵਨ ਉੱਪਰ ਹੈ। ਪਰ ਜਿਹੜਾ ਮਨੁੱਖ ਨੂੰ ਇਹ ਪਤਾ ਲੱਗ ਜਾਏ ਕਿ ਉਸ ਦੇ ਗਵਾਚੇ ਹੋਏ ਧਨ ਨਾਲ ਕਿਸੇ ਲੋੜਵੰਦ ਦੀ, ਗਰੀਬ ਮਨੁੱਖ ਦਾ ਭਲਾ ਹੋ ਜਾਏਗਾ, ਤਾਂ ਫਿਰ ਉਹਦਾ ਕਲੇਸ਼
ਜਿਹੜਾ ਉਹਦਾ ਅੰਦਰ ਦੁੱਖ ਸੀ, ਹੁਣ ਗੱਲ ਤਾਂ ਸੋਚਣ ਦੀ ਸੀ। ਜੇ ਅਸੀਂ ਇਹ ਸੋਚ ਲਈਏ ਇੱਕ ਪਾਸੇ ਜੋ ਚਲੋ ਜੀ ਮੇਰਾ ਪਰਸ ਗਵਾਚ ਗਿਆ, ਉਹ 'ਚ ਇੰਨਾ ਪੈਸਾ ਸੀ, ਹੁਣ ਦੁਖੀ ਦੀ ਹੋਣ ਦੀ ਬਜਾਏ ਇਹ ਸੋਚ ਲਈਏ ਵੀ ਚਲੋ ਕਿਸੇ ਲੋੜਵੰਦ ਦੇ ਕੰਮ ਆ ਗਿਆ ਜਾਂ ਕਿਸੇ ਗਰੀਬ ਦਾ ਭਲਾ ਹੋ ਗਿਆ, ਤਾਂ ਮਨ ਆਪਣੇ ਆਪ ਹੀ ਉਸ ਦੁੱਖ ਵਿੱਚੋਂ ਨਿਕਲ ਕੇ ਅੰਦਰ ਖੁਸ਼ੀ ਮਹਿਸੂਸ ਕਰ ਲੈਂਦਾ ਹੈ। ਗੱਲ ਸੋਚਣ ਦਾ ਢੰਗ ਸੀ। ਜੀਵਨ ਵਿੱਚ ਆ ਰਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਹਨ, ਇਹਨਾਂ ਨੂੰ ਸਾਡੇ ਸੋਚਣ ਦੇ ਨਜ਼ਰੀਏ ਨਾਲ ਸੰਬੰਧਿਤ ਹਨ, ਸਾਡੇ ਸੋਚ ਮੰਡਲ ਨਾਲ ਸੰਬੰਧਿਤ ਹਨ। ਇੱਕ ਗੱਲ ਹੋਰ ਵੀ ਖਿਆਲ ਕਰ ਲਈਏ ਵੀ ਦੁੱਖ ਸਦਾ ਮਾੜੇ ਨਹੀਂ ਹੁੰਦੇ। ਕਈ ਵਾਰੀ ਇਹ ਦੁੱਖ ਭਲਾਈ ਦੇ ਕਾਰਨ ਵੀ ਬਣਦੇ ਹਨ। ਇਹ ਵੀ ਗੱਲ ਖਿਆਲ ਕਰੀਏ। ਦੁੱਖ ਸੁੱਖ ਦੇ ਇਸ ਸਬਜੈਕਟ ਨੂੰ ਸਮਝਣ ਲਈ ਬੜੀ ਡੂੰਘੀ ਜਿਹੀ ਸੋਚ ਸਾਨੂੰ ਰੱਖਣੀ ਪਏਗੀ। ਇਸ ਵਿਸ਼ੇ ਨੂੰ ਸਮਝਣ ਲਈ ਕੇਵਲ ਉੱਤੋਂ ਗੱਲ ਕਰਕੇ ਕਹਾਣੀ ਨਹੀਂ ਸਮਝ ਆਉਂਦੀ। ਅਸੀਂ ਕਈ ਵਾਰੀ ਇਹ ਗੱਲ ਸਮਝ ਲਈਏ ਵੀ ਦੁੱਖ ਸਦਾ ਮਾੜੇ ਨਹੀਂ ਹੁੰਦੇ। ਕਈ ਵਾਰੀ ਇਹ ਦੁੱਖਾਂ ਦੇ ਸਹਾਰਨ ਨਾਲ ਭਲਾ ਵੀ ਹੁੰਦਾ ਹੈ। ਕਿਵੇਂ? ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਧਰਮ ਦੀ ਖਾਤਰ ਮਨੁੱਖ ਕਿੰਨੇ ਦੁੱਖ ਸਹਾਰਦੇ ਹਨ। ਉਹ ਦੁੱਖ ਉਹਨਾਂ ਲਈ ਕਲੇਸ਼ ਨਹੀਂ ਹੁੰਦਾ। ਖਿਆਲ ਕਰਨਾ, ਜੰਗ ਦੇ ਮੈਦਾਨ ਵਿੱਚ ਲੜਨਾ ਕੋਈ ਸੌਖੀ ਗੱਲ ਨਹੀਂ ਹੈ, ਪਰ ਉਹ ਇਸ ਕਰ ਲਈ ਲੜਦੇ ਨੇ ਕਿ ਇਹ ਮੇਰੇ ਮੁਲਕ ਦਾ ਇੱਜ਼ਤ ਦਾ ਸਵਾਲ ਹੈ। ਖਿਆਲ ਕਰਿਓ, ਧਰਮ ਦੇ ਲਈ ਕੁਰਬਾਨੀ ਦੇ ਦੇਣੀ ਕੋਈ ਸੌਖੀ ਬਾਤ ਨਹੀਂ ਹੈ। ਧਰਮ ਲਈ ਬੰਦ ਕਟਾ ਦੇਣਾ ਕੋਈ ਸੌਖੀ ਬਾਤ ਨਹੀਂ। ਧਰਮ ਲਈ ਖੋਪਰੀ ਲੁਹਾ ਦੇਣੀ ਕੋਈ ਸੌਖੀ ਬਾਤ ਨਹੀਂ। ਦੁੱਖ ਹੈ, ਇਹ ਸੁੱਖ ਨਹੀਂ ਹੈ। ਸਾਡੀਆਂ ਨਜ਼ਰਾਂ ਵਿੱਚ ਇਹ ਦੁੱਖ ਹੈ, ਬਹੁਤ ਵੱਡਾ ਦੁੱਖ ਹੈ। ਆਰੇ ਦੇ ਦੰਦਿਆਂ ਥੱਲੇ ਖੜੇ ਹੋ ਕੇ ਸਰੀਰ ਨੂੰ ਦੁਫਾੜ ਕਰਾ ਦੇਣਾ ਬਹੁਤ ਵੱਡਾ ਦੁੱਖ ਹੈ। ਤੱਤੀ ਤਵੀ ਤੇ ਬੈਠ ਜਾਣਾ ਕੋਈ ਸੁੱਖ ਨਹੀਂ, ਤੇ ਦੇਗ ਵਿੱਚ ਉਬਲ ਜਾਣਾ, ਆਲੂ ਵਾਂਗੂ ਉਬਾਲੇ ਖਾ ਲੈਣਾ ਵੀ ਕੋਈ ਸੁੱਖ ਨਹੀਂ ਹੈ। ਸਰੀਰਕ ਸੁੱਖ ਨਹੀਂ ਹੈ। ਜਿਉਂਦਿਆਂ ਅੱਗ ਨਾਲ ਸਾੜ ਦੇਣਾ ਕੋਈ ਸੁੱਖ ਨਹੀਂ ਹੈ। ਉਹ 7-9 ਸਾਲ ਦੇ ਉਹਨਾਂ ਲਾਲਾਂ ਨੂੰ ਸਰਹੰਦ ਦੀਆਂ ਖੜਾਂ ਵਿੱਚ ਕਰਕੇ, ਦੀਵਾਰਾਂ ਵਿੱਚ ਖੜੇ ਕਰਕੇ ਸਰੀਰ ਨੂੰ ਕਸ਼ਟ ਦੇਣਾ ਕੋਈ ਸੁੱਖ ਨਹੀਂ ਹੈ। ਪਰ ਹੁਣ ਉਹਨਾਂ ਨੂੰ ਇਹ ਪਤਾ ਵੀ ਮੇਰੇ ਤੇ ਵਾਪਰਿਆ ਹੋਇਆ ਦੁੱਖ ਕੌਮ ਦੀ ਭਲਾਈ ਦਾ ਕੰਮ ਕਰਦਾ ਹੈ, ਕਿਸੇ ਦੂਜੇ ਦੀ ਭਲਾਈ ਦਾ ਸੁੱਖ ਦਾ ਕੰਮ ਕਰ ਰਿਹਾ ਹੈ। ਤੇ ਇਹ ਜਿਹੜਾ ਦੁੱਖ ਸਹਾਰਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਦੁੱਖ ਜਿਹੜਾ ਮੈਂ ਸਹਾਰਿਆ, ਇਹ ਮੇਰੇ ਕੌਮ ਦੇ ਲਈ ਇੱਕ ਨਵਾਂ ਮਾਰਗਦਰਸ਼ਨ ਕਰੇਗਾ, ਨਵਾਂ ਰਸਤਾ ਪੈਦਾ ਦੇਗਾ। ਇਹਦਾ ਮਤਲਬ ਦੁੱਖ ਮਾੜਾ ਨਹੀਂ ਸੀ, ਉਹਨਾਂ ਨੂੰ ਦੁੱਖ ਵਿੱਚ ਸੁੱਖ ਨਜ਼ਰ ਆਉਂਦਾ ਸੀ। ਗੁਰਮਤਿ ਦਾ ਮਾਰਗ ਵੀ ਹੋਈ ਹੈ ਕਿ ਦੁੱਖ ਵਿੱਚ ਸੁੱਖ ਨਜ਼ਰ ਕਿਵੇਂ ਆਵੇ। ਦੁੱਖ ਨੂੰ ਮਾੜਾ ਸਮਝਾਂਗੇ ਤੇ ਦੁੱਖ ਕਲੇਸ਼ ਦਾ ਕਾਰਨ ਬਣੇਗਾ। ਦੁੱਖ ਵਿੱਚੋਂ ਸੁੱਖ ਨਜ਼ਰ ਦੇ ਦੇਖਾਂਗੇ ਤਾਂ ਦੁੱਖ ਖੁਸ਼ਹਾਲੀ ਦਾ ਕਾਰਨ ਬਣੇਗਾ। ਖਿਆਲ ਕਰਿਓ। ਇੱਕ ਹੋਰ ਗੱਲ ਵੀ ਥੋੜੀ ਯਾਦ ਰੱਖੀਏ, ਬੜੀ ਸਵਾਦਲੀ ਦੀ ਗੱਲ, ਕਿ ਮਨੁੱਖ ਦੇ ਸਰੀਰ ਦੀ ਬਣਤਰ ਕੁਝ ਇਹੀ ਹੈ ਵੀ ਉਹਨੂੰ ਉਹੀ ਕੰਮ ਚੰਗਾ ਲੱਗਦਾ, ਸਵਾਦਲਾ ਲੱਗਦਾ ਜਿੱਥੇ ਕੋਈ ਉਹਨੂੰ ਖੇਚਲ ਨਾ ਕਰਨੀ ਪਵੇ। ਖੇਚਲ ਤੋਂ ਬਿਨਾਂ ਜੀਵਨ ਦਾ ਕੁਝ, ਜੇ ਆਪਾਂ ਸਵਾਲ ਕਰ ਲਈਏ, ਅਸਲ ਵਿੱਚ ਜੀਵਨ ਦਾ ਕੋਈ ਸਵਾਦ ਨਹੀਂ ਹੈ ਖੇਚਲ ਤੋਂ ਬਿਨਾਂ। ਜੇ ਕੁਝ ਖੇਚਲ ਕੀਤੀ ਜਾਵੇ ਤਾਂ ਉਹਦਾ ਜੋ ਸਵਾਦ ਹੈ ਉਹ ਅਲੱਗ ਹੀ ਹੈ। ਕਈ ਧਨ ਲਈ ਮਨੁੱਖ ਉੱਕਾ ਹੀ ਕੋਈ ਕੰਮ ਨਹੀਂ ਕਰਦੇ, ਸਰੀਰ ਨੂੰ ਸੁੱਖ ਰਹਿਣਾ ਜਿਹਾ ਬਣਾ ਕੇ ਬੈਠ ਜਾਂਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਅਖੀਰ ਇਹੋ ਜਿਹੇ ਸੁੱਖ ਰਹਿਣੇ ਸਰੀਰ ਰੋਗੀ ਹੋ ਜਾਂਦੇ ਹਨ, ਕਿਉਂਕਿ ਕੋਈ ਉਦਮ ਨਹੀਂ, ਕੁਝ ਕਰਨਾ ਨਹੀਂ, ਸਰੀਰ ਨਾਲ ਕੋਈ ਮਿਹਨਤ ਨਹੀਂ, ਤੇ ਫਿਰ ਇਹ ਰੋਗੀ ਹੋ ਜਾਂਦੇ ਨੇ। ਅਖੀਰ ਸਰੀਰ ਨਕਾਰਾ ਹੋ ਜਾਂਦਾ ਹੈ, ਅਖੀਰ ਖਾਧਾ ਪੀਤਾ ਵੀ ਹਜ਼ਮ ਨਹੀਂ ਹੁੰਦਾ। ਕਿਉਂ? ਉਹਨਾਂ ਦੀ ਸੋਚ ਦਾ ਨਜ਼ਰੀਆ ਜਿਹੜਾ ਗਲਤ ਸੀ। ਪਰ ਇਹ ਖੇਚਲ ਕਈ ਮਨੁੱਖ ਵਾਧੂ ਚੱਲ ਲੈਂਦੇ ਹਨ, ਕਈ ਘੱਟ। ਪਹਾੜਾਂ ਦੇ ਉੱਤੇ ਚੜ੍ਹਨਾ ਹੋਵੇ,
ਉਹਦਾ ਆਨੰਦ ਲੈਣ ਲਈ ਖੇਚਲ ਝੱਲਣੀ ਪੈਂਦੀ ਹੈ, ਦੁੱਖ ਝੱਲਣਾ ਪੈਂਦਾ ਹੈ। ਪਹਾੜ ਤੇ ਤੁਸੀਂ ਛੂ ਮੰਤਰ ਨਾਲ ਨਹੀਂ ਚੜ ਸਕਦੇ। ਪਹਾੜ ਤੇ ਚੜ੍ਹਨ ਦਾ, ਜੇ ਤੂੰ ਪਹਾੜਾਂ ਦੀਆਂ ਚੋਟੀਆਂ ਦਾ ਆਨੰਦ ਲੈਣਾ ਹੈ ਤੇ ਚੱਲ ਕੇ ਚੜ੍ਹਨਾ ਕੋਈ ਸੌਖੀ ਬਾਤ ਤਾਂ ਹੈ ਨਹੀਂ। ਪਰ ਉਹਦੇ ਉਹ ਦੁੱਖ ਮਹਿਸੂਸ ਕਿਉਂ ਨਹੀਂ ਹੁੰਦਾ? ਕਿ ਉਹਨੂੰ ਅਗਲਾ ਆਉਣ ਵਾਲਾ ਸੁੱਖ ਨਜ਼ਰ ਆਉਂਦਾ ਹੈ। ਉਹਦੀ ਸੋਚ ਵਿੱਚ ਉਹ ਸੁੱਖ ਹੈ ਜੋ ਉਹਨੂੰ ਪਹਾੜ ਦੀ ਚੋਟੀ ਤੇ ਜਾ ਕੇ ਨਜ਼ਰ ਆਏਗਾ। ਉਹਦੇ ਸੋਚ ਮੰਡਲ ਵਿੱਚ ਚੜ੍ਹਨ ਦਾ ਦੁੱਖ ਨਹੀਂ ਹੈ, ਉਹਦੇ ਸੋਚ ਮੰਡਲ ਵਿੱਚ ਉੱਥੇ ਉਹ ਸੁੱਖ ਦਾ ਜੋ ਉੱਥੇ ਪਹਾੜ ਦੀ ਟੀਸੀ ਤੇ ਜਾ ਕੇ ਉਹਨੇ ਮੰਨਣਾ, ਉਹਦਾ ਇਹ ਛਾਇਆ ਹੋਇਆ ਹੈ। ਜਿਹੜੇ ਮਨੁੱਖ ਹੁਣ ਪਹਾੜ ਤੇ ਚੜ੍ਹ ਹੀ ਨਹੀਂ ਸਕਦੇ, ਕਮਜ਼ੋਰ ਜਾਂ ਦਲਿਦਰੀ ਜਾਂ ਆਲਸੀ ਮਨੁੱਖ, ਜਿਹੜੇ ਖੇਚਲ ਕਰ ਨਹੀਂ ਸਕਦੇ, ਦੁੱਖ ਸਹਾਰ ਨਹੀਂ ਸਕਦੇ, ਉਹ ਉਹਦਾ ਆਨੰਦ ਵੀ ਨਹੀਂ ਮਾਣ ਸਕਦੇ। ਰੋਗੀ ਮਨੁੱਖ ਉੱਕਾ ਹੀ ਸੁੱਖ ਮਾਣ ਨਹੀਂ ਸਕਦਾ, ਕਿਉਂਕਿ ਉਹ ਥਕੇਵਾਂ ਸਹਾਰ ਨਹੀਂ ਸਕਦਾ, ਕਿਉਂਕਿ ਉਹ ਥਕਾਵਟ ਸਹਾਰਦਾ ਹੀ ਨਹੀਂ ਹੈ। ਸੁੱਖ ਮਿਲਦਾ ਉਦੋਂ ਹੀ ਹੈ ਜਦੋਂ ਸਰੀਰ ਨੂੰ ਥਕਾ ਲਈਏ, ਤਾਂ ਉਦੋਂ ਸੁੱਖ ਮਿਲਦਾ ਹੈ। ਨੀਂਦ ਵੀ ਉਦੋਂ ਹੀ ਵਧੀਆ ਆਉਂਦੀ ਹੈ ਜਦੋਂ ਸਰੀਰ ਥੱਕਿਆ ਹੋਇਆ ਹੋਵੇ। ਹੁਣ ਜਿਹੜਾ ਸੁੱਖ ਉਸ ਨੀਂਦ ਵਿੱਚ ਹੈ, ਉਹ ਸੁੱਖ ਆਮ ਨੀਂਦ ਵਿੱਚ ਨਹੀਂ ਮਿਲਦਾ। ਹੁਣ ਦੇਖੋ, ਪਲੇਅਰ ਨੇ, ਖੇਡਦੇ ਨੇ, ਗੇਮ ਖੇਡਦੇ ਨੇ, ਮੈਂ ਜਨਰਲ ਜੀਆਂ ਉਦਾਹਰਨਾਂ ਦੀ ਗੱਲ ਕਰ ਰਿਹਾ, ਤੇ ਇਹ ਇੱਥੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਪਲੇਅਰ ਗੇਮ ਖੇਡਦੇ ਨੇ, ਖਿਲਾੜੀ ਖੇਡਦੇ ਨੇ, ਕਿੰਨੀਆਂ ਔਖਾ ਖੇਡਦਾ ਫਿਰਦਾ। ਕਈ ਵਾਰ ਸਰੀਰ ਨੂੰ, ਜਿਮਨਾਸਟਿਕ ਵਾਲਿਆਂ ਨੂੰ ਦੇਖੋ ਕਿਵੇਂ ਸਰੀਰ ਨੂੰ ਮੋੜ ਕੇ, ਗੋਲ ਕਰਕੇ, ਰਿੰਗ ਦੇ ਵਿੱਚੋਂ ਘੁਮਾ ਕੇ ਕਿਸ ਤਰ੍ਹਾਂ ਵਿੰਗਾ ਟੇਢਾ ਕਰਦੇ ਨੇ। ਕਿੰਨੀ ਔਖਾਈ ਹੈ ਉਹਨਾਂ ਦੀ ਜ਼ਿੰਦਗੀ ਵਿੱਚ, ਕਿੰਨੀ ਔਖਾਈ ਹੈ। ਕਿੰਨਾ ਮਤਲਬ ਉਹਦੇ ਅੰਦਰ ਇਹ ਤੰਗੀ ਦਿੰਦੀ ਹੋਏਗੀ। ਹਾਕੀ ਖੇਡਦੇ ਦੇਖ ਲਓ, ਅਸੀਂ ਆਮ ਗੇਮ ਦੀ ਗੱਲ ਕਰਦੇ ਹਾਂ। ਹਾਕੀ ਖੇਡਦੇ ਕਈਆਂ ਦੇ ਗਿੱਟੇ ਤੇ ਸੱਟ ਵੱਜ ਜਾਂਦੀ ਹੈ, ਕਈਆਂ ਦੇ ਹੋਰ ਸੱਟਾਂ ਵੀ ਲੱਗਦੀਆਂ ਨੇ, ਕਈ ਬੰਦੇ ਪਰ ਉਹਨਾਂ ਦੇ ਅੰਦਰ ਖੇਡਣ ਦੀ ਤਾਂ ਖਤਮ ਨਹੀਂ ਹੁੰਦੀ। ਖਿਡਾਰੀ ਉਹੀ ਹੈ ਜਿਹਨਾਂ ਤਕਲੀਫਾਂ ਤੋਂ ਬਚਣ ਦੀ ਖਾਤਰ, ਕੋਈ ਖਿਲਾੜੀ ਕਦੀ ਗੇਮ ਛੱਡਣੀ ਨਹੀਂ ਚਾਹੁੰਦਾ। ਪਲੇਅਰ ਕਦੀ ਗੇਮ ਨਹੀਂ ਛੱਡਣੀ ਚਾਹੁੰਦਾ ਕਿ ਕਿਤੇ ਮੈਨੂੰ ਸੱਟ ਲੱਗ ਜਾਏ ਤਾਂ ਮੈਂ ਗੇਮ ਛੱਡ ਕੇ ਬੈਠ ਜਾਵਾਂ। ਕਦੀ ਵੀ ਕੋਈ ਪਲੇਅਰ ਇਹੋ ਜਿਹਾ ਨਹੀਂ ਮਿਲੇਗਾ ਜਿਹੜਾ ਇਹ ਸੋਚੇ ਵੀ ਮੇਰੇ ਹੁਣ ਸੱਟ ਲੱਗ ਗਈ ਤੇ ਮੈਂ ਬਾਹਰ ਹੋ ਜਾਵਾਂ। ਨਾ, ਕਦੀ ਵੀ ਨਹੀਂ। ਉਸ ਪਲੇਅਰ ਦੇ ਅੰਦਰ ਇੱਕ ਐਸੀ ਭਾਵਨਾ ਹੈ ਕਿ ਇਸ ਖੇਡ ਵਿੱਚੋਂ ਜੋ ਰਿਜ਼ਲਟ ਹੈ ਉਹ ਮੇਰੇ ਲਈ ਸੁਖਦਾਈ ਹੈ। ਬਸ ਉਸ ਭਾਵਨਾ ਨਾਲ ਖੇਡੀ ਜਾਂਦੀ ਹੈ। ਸਰੀਰ ਦੀਆਂ ਸੱਟਾਂ ਵੀ ਉਹਨੂੰ ਰੁਕਾਵਟ ਨਹੀਂ ਪਾਉਂਦੀਆਂ। ਸਪਰੇਅ ਮਾਰ ਕੇ ਫਿਰ ਖੇਡਣ ਲੱਗ ਪੈਂਦੇ ਨੇ। ਕਿਉਂ? ਕਿ ਉਹਨਾਂ ਨੂੰ ਇਹ ਦੁੱਖ ਮਹਿਸੂਸ ਨਹੀਂ ਹੋਇਆ। ਉਹਨਾਂ ਨੂੰ ਆਉਣ ਵਾਲਾ ਸੁੱਖ ਜਿਹੜਾ ਹੈ ਉਹਨਾਂ ਦੀ ਜ਼ਹਿਨ ਸ਼ਕਤੀ ਵਿੱਚ ਹੈ, ਸੋਚ ਸ਼ਕਤੀ ਵਿੱਚ ਹੈ। ਹੁਣ ਆਪਾਂ ਇੱਕ ਹੋਰ ਉਦਾਹਰਨ ਲਈ ਗੱਲ ਕਰੀਏ। ਆ ਸਵੇਰ ਦਾ ਜਦੋਂ ਸਮਾਂ ਹੁੰਦਾ ਹੈ, ਬੜੀ ਨੀਂਦ ਆਉਂਦੀ ਹੈ, ਸਾਰਿਆਂ ਨੂੰ ਪਤਾ। ਮੰਜੀ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ, ਬੈੱਡ ਤੋਂ ਕੋਈ ਕਹੀਏ ਇੱਥੇ ਨਾ ਛੱਡੋ, ਇਹ ਸੌ ਲੈਂਦੀ ਹੈ। ਪਰ ਸਿਆਣੇ ਮਨੁੱਖ ਜਾਣਦੇ ਹਨ ਕਿ ਉਹੀ ਜੀਵਨ ਸੌਖਾ ਤੇ ਵਧੀਆ ਤੇ ਸਵਾਦਲਾ ਹੈ ਜਿਹਨੇ ਸਵੇਰੇ ਇਸ ਮਿੱਠੀ ਤੇ ਸਵਾਦਲੀ ਨੀਂਦ ਦੇ ਸੁੱਖ ਨੂੰ ਛੱਡ ਕੇ 3-4 ਮੀਲ ਦੀ ਸੈਰ ਕੀਤੀ ਹੈ। ਦੋ ਪਾਸੇ ਸਾਡੇ ਸਾਹਮਣੇ ਹਨ। ਹੁਣ ਨੀਂਦ ਵੀ ਛੱਡਣੀ ਦੁੱਖ ਹੈ ਤੇ ਉਹ ਸੈਰ ਕਰਨੀ ਵੀ ਦੁੱਖ ਹੈ, ਕੋਈ ਸੌਖੀ ਬਾਤ ਨਹੀਂ ਹੈ। ਪਰ ਉਹਦੇ ਵਿੱਚੋਂ ਛੁਪਿਆ ਹੋਇਆ ਜੋ ਅਗਲਾ ਸੁੱਖ ਹੈ ਉਹ ਨਜ਼ਰ ਆਉਂਦਾ ਹੈ। ਉਹਦੇ ਵਿੱਚ ਇੱਕ ਸੁੱਖ ਹੈ ਜਿਹੜਾ ਉਹਨਾਂ ਨੂੰ ਇਹ ਸਭ ਕੁਝ ਕਰਨ ਦੇ ਲਈ ਉਤਸ਼ਾਹਿਤ ਕਰ ਦਿੰਦਾ ਹੈ, ਉਤਸ਼ਾਹ ਦਿੰਦਾ ਹੈ, ਹੌਸਲਾ ਦਿੰਦਾ ਹੈ। ਉਹਦੇ ਚ ਇੱਕ ਚੀਜ਼ ਛੁਪੀ ਹੋਈ ਹੈ। ਫਿਰ ਦੇਖੋ, ਸੈਰ ਕਰਨੀ, ਇਸ਼ਨਾਨ ਕਰਨਾ, ਫਿਰ ਜਿੰਨਾ ਮਰਜ਼ੀ ਸਰਦੀ ਹੋਵੇ, ਜਿੰਨਾ ਮਰਜ਼ੀ ਮੌਸਮ ਖਰਾਬ ਹੋਵੇ, ਬੰਦਾ ਫਿਰ ਵੀ ਕਹਿੰਦਾ ਯਾਰ ਮੈਂ ਸੈਰ ਕਰ ਆਵਾਂ। ਕਿਉਂ? ਕਿਉਂ? ਉਹ ਸੈਰ ਦਾ ਸੁੱਖ ਨਜ਼ਰ ਆਉਂਦਾ ਹੈ, ਸਰੀਰ ਦੀ ਅਰੋਗਤਾ ਨਜ਼ਰ ਆਉਂਦੀ ਹੈ, ਸਰੀਰ ਦਾ ਉਦਮ ਨਜ਼ਰ ਆਉਂਦਾ ਹੈ,
ਸਰੀਰ ਦੀ ਕਿਰਿਆ ਦੇ ਵਿੱਚ, ਰੋਜ਼ ਦੀ ਉਹਦੇ ਕੰਮ ਦੇ ਵਿੱਚ ਉਹਦੀ ਚੁਸਤੀ ਨਜ਼ਰ ਆਉਂਦੀ ਹੈ। ਉਹਨੂੰ ਇਹ ਸੁੱਖ ਦਾ ਦੁੱਖ, ਇਹ ਜਿਹੜਾ ਨੀਂਦ ਤਿਆਗਣ ਦਾ ਦੁੱਖ ਹੈ, ਦੁੱਖ ਨਹੀਂ ਜਾਪਦਾ। ਉਹਨੂੰ ਤੁਰਨ ਦਾ ਦੁੱਖ ਨਹੀਂ ਜਾਪਦਾ ਵੀ ਮੈਂ ਇੰਨਾ ਤੁਰ ਲਿਆ, ਹਾਏ ਮੈਂ ਥੱਕ ਗਿਆ, ਮੈਂ ਮਰ ਗਿਆ। ਕਦੀ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ, ਕਿਉਂਕਿ ਉਹਦੇ ਵਿੱਚ ਉਹਦਾ ਸੁੱਖ ਛੁਪਿਆ ਹੋਇਆ। ਉਹਦੀ ਸੋਚ ਮੰਡਲ ਦਾ ਵਿੱਚ ਉਹ ਦੁੱਖ ਉਹਨੂੰ ਨੇੜੇ ਆਉਣ ਨਹੀਂ ਦਿੰਦਾ। ਹੁਣ ਸਾਰੀ ਗੱਲ ਇਹ ਹੋਏਗੀ ਕਿ ਉਹ ਮਨੁੱਖ ਅਸਲ ਵਿੱਚ ਰੋਗੀ ਹੈ ਜੋ ਸੁੱਖ ਦੀ ਅਸਲੀਅਤ ਨੂੰ ਨਹੀਂ ਸਮਝ ਸਕਿਆ, ਜੋ ਸੁੱਖ ਦੀ ਅਸਲੀਅਤ ਨੂੰ ਨਹੀਂ ਸਮਝ ਸਕਿਆ। ਅਸਲ ਵਿੱਚ ਉਹ ਮਨੁੱਖ ਰੋਗੀ ਹੈ। ਜੋ ਮਨੁੱਖ ਇਸ ਸੁੱਖ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ, ਉਹਦੇ ਲਈ ਇਹ ਰੋਗ ਨਹੀਂ, ਇਹ ਸੁੱਖ ਹੈ। ਇਹ ਦੁੱਖ ਨਹੀਂ, ਇਹ ਸੁੱਖ ਹੈ। ਨਰੋਜ਼ ਸਰੀਰ ਲਈ ਕਸਰਤ, ਐਕਸਰਸਾਈਜ਼ ਜ਼ਰੂਰੀ ਹੈ, ਪਰ ਮਨੁੱਖ ਰੋਗੀ ਹੈ ਜਿਹਨੇ ਇਸ ਕਸਰਤ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੋਇਆ ਹੈ। ਉਹਨੂੰ ਇਹ ਵੀ ਪਤਾ ਹੈ ਖੇਚਲ ਸਰੀਰ ਨੂੰ ਕਰਨੀ ਪਏਗੀ, ਕੁਛ ਕਰੇ, ਕੁਛ ਸਰੀਰ ਦੀ ਅਰੋਗਤਾ ਲਈ ਕੁਛ ਨਾ ਕੁਛ ਤਾਂ ਚਾਹੀਦਾ ਹੈ। ਜਿਸ ਮਨੁੱਖ ਦਾ ਆਪਣਾ ਜੀਵਨ ਵਧੀਆ ਹੋਵੇ, ਸਾਫ਼ ਸੁਥਰਾ ਨਰੋਆ ਹੋਵੇ, ਠੀਕ ਹੋਵੇ, ਦੁੱਖਾਂ ਤੋਂ ਰਹਿਤ ਹੋਵੇ, ਉਸ ਨੂੰ ਜਗਤ ਦੇ ਸਾਰੇ ਕਲੇਸ਼ ਵੀ ਸੁੱਖ ਹੀ ਨਜ਼ਰ ਆਉਂਦੇ ਹਨ। ਜਿਸ ਮਨੁੱਖ ਦੇ ਹਿਰਦੇ ਵਿੱਚ ਸੰਸਾਰ ਦੇ ਜੀਵਾਂ ਲਈ ਪਿਆਰ ਹੈ, ਸੰਸਾਰ ਦੇ ਜੀਵਾਂ ਦੇ ਲਈ ਮੁਹੱਬਤ ਹੈ, ਦੂਜਿਆਂ ਦੀ ਭਲਾਈ ਦਾ ਜਜ਼ਬਾ ਹੈ, ਉਹਨੂੰ ਜਗਤ ਦੀਆਂ ਆਪਣੀਆਂ ਨਿੱਜੀਆਂ ਛੋਟੀਆਂ ਛੋਟੀਆਂ ਤਕਲੀਫਾਂ ਐਵੇਂ ਤੁੱਛ ਜੀਆਂ ਜਾਪਦੀਆਂ ਹਨ। ਉਹ ਆਪਣੇ ਆਪ ਨੂੰ ਕਸ਼ਟ ਦੇ ਕੇ ਵੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ, ਆਪਣੇ ਆਪ ਨੂੰ ਕਸ਼ਟ ਝੱਲ ਕੇ ਵੀ ਮਦਦ ਨੂੰ ਤਿਆਰ ਰਹਿੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਰੋਨਾ ਵਾਇਰਸ ਦੇ ਵਿੱਚ ਬਹੁਤ ਸਾਰੇ ਸਿੱਖ ਵੀਰਾਂ ਨੇ ਕਿੰਨੀ ਕੁ ਸੇਵਾ ਕੀਤੀ। ਜਿਨ੍ਹਾਂ ਨੂੰ ਕੋਈ ਘਰ ਸੰਸਕਾਰ ਨਹੀਂ ਸੀ ਕਰਨਾ ਚਾਹੁੰਦਾ, ਬਹੁਤ ਸਾਰੇ ਵੀਰ ਇਸੇ ਕੰਮ 'ਚ ਲੱਗੇ ਹੋਏ ਸਨ ਵੀ ਚਲੋ ਅਸੀਂ ਉਹਨਾਂ ਦਾ ਸੰਸਕਾਰ ਕਰ ਆਉਂਦੇ ਹਾਂ, ਕਿਉਂਕਿ ਉਹਨਾਂ ਨੂੰ ਆਪਣਾ ਦੁੱਖ ਨਜ਼ਰ ਨਹੀਂ ਸੀ ਆਉਂਦਾ, ਉਹਨਾਂ ਨੂੰ ਦੂਜੇ ਦਾ ਸੁੱਖ ਨਜ਼ਰ ਆਉਂਦਾ ਸੀ। ਜਦੋਂ ਕਿਤੇ ਹੜ੍ਹ ਆ ਜਾਏ ਤੇ ਕਿੰਨੀ ਮਦਦ ਕਰਨ ਲਈ ਸਾਡੇ ਲੰਗਰ ਲੈ ਕੇ ਤੁਰ ਪੈਂਦੇ ਨੇ, ਕੱਪੜੇ ਲੈ ਕੇ ਤੁਰ ਪੈਂਦੇ ਨੇ। ਕਿਉਂ? ਉਸ ਇਲਾਕੇ ਵਿੱਚ ਜਾਣਾ ਕੋਈ ਸੁੱਖਾਂ ਦਾ ਨਹੀਂ ਹੈ, ਉਸ ਇਲਾਕੇ ਵਿੱਚ ਦੁੱਖ ਝੱਲਣੇ ਪੈਂਦੇ ਨੇ। ਤੁਸੀਂ ਦੇਖਿਆ ਹੋਵੇਗਾ ਸੀਰੀਆ ਦੇ ਇਲਾਕੇ ਵਿੱਚ, ਸੀਰੀਆ ਦੇਸ਼ ਦੇ ਵਿੱਚ ਭੁੱਖਮਰੀ ਜਦੋਂ ਨਿੱਕੇ ਨਿੱਕੇ ਬੱਚੇ ਬਿਲਕਦੇ ਸਨ, ਔਰ ਸਾਡੇ ਹੀ ਵੀਰ ਭਾਈ ਉਹਨਾਂ ਦੇ ਜਾ ਕੇ ਪਹੁੰਚ ਕੇ ਉਹਨਾਂ ਦੇ ਕਿਵੇਂ ਦੁੱਖ ਦਾਰੂ, ਉਹਨਾਂ ਨੂੰ ਕਿਵੇਂ ਸਫਾਈ ਮਰਮ ਪੱਟੀ ਤੇ ਕਿਵੇਂ ਉਹਨਾਂ ਨੂੰ ਅਨਾਜ ਖਵਾ ਰਹੇ ਹਨ, ਕਦੀ ਦੇਖ ਕੇ ਤਾਂ ਦੇਖੋ। ਕੰਮ ਸੌਖਾ ਤਾਂ ਨਹੀਂ ਹੈ। ਸਾਡੇ ਵਰਗੇ ਤਾਂ ਨਾ ਜਾ ਸਕੇ, ਅਸੀਂ ਤਾਂ ਆਪਣੇ ਸੁੱਖ ਸਾਗਰ ਨੂੰ ਤਿਆਰ ਨਾ ਹੋਏ। ਸਾਨੂੰ ਤਾਂ ਆਪਣੇ ਘਰ ਦੀ ਕਾਰ ਵੀ ਛੱਡਣੀ ਚੰਗੀ ਨਾ ਲੱਗੀ। ਕਿਉਂ? ਕਿ ਸਾਡੇ ਅੰਦਰ ਸੋਚ ਨਹੀਂ ਸੀ, ਸਾਨੂੰ ਉਹਨਾਂ ਦਾ ਦੁੱਖ ਨਜ਼ਰ ਆਇਆ ਹੀ ਨਹੀਂ। ਸਾਨੂੰ ਸਿਰਫ ਆਪਣਾ ਸੁੱਖ ਨਜ਼ਰ ਆਉਂਦਾ ਰਿਹਾ। ਕਿਸੇ ਦਾ ਦੁੱਖ ਸਾਨੂੰ ਮੰਨਣ ਦੀ ਗੱਲ ਹੀ ਸਮਝ ਨਾ ਆਈ, ਮਹਿਸੂਸ ਕਰਨ ਦੀ ਵੀ ਗੱਲ ਸਮਝ ਨਾ ਆਈ। ਜਿਸ ਮਨੁੱਖ ਦੇ ਹਿਰਦੇ ਵਿੱਚ, ਜੀਵਨ ਦੇ ਵਿੱਚ ਭਲਾਈ ਹੈ, ਦੂਜਿਆਂ ਦੇ ਲਈ ਕੁਝ ਕਰਨ ਦਾ ਚਾਅ ਹੈ, ਗੁਰੂ ਕੇ ਪਿਆਰ ਵਾਲਿਓ, ਉਹ ਆਪਣੇ ਜੀਵਨ ਦੇ ਦੁੱਖ ਝੱਲ ਕੇ ਵੀ ਸੁੱਖ ਮੰਨਦਾ ਹੈ। ਉਹ ਆਪਣੇ ਜੀਵਨ ਤੇ ਦੁੱਖ ਝੱਲ ਕੇ ਵੀ ਸੁੱਖ ਮੰਨਦਾ ਹੈ। ਪਰ ਜੇ ਅਗਲੀ ਗੱਲ ਆਪਾਂ ਕਰੀਏ ਵੀ ਦੁੱਖ ਸਹਾਰਨ ਵਿੱਚ ਹੀ ਮਨੁੱਖਾ ਜੀਵਨ ਦੀ ਭਲਾਈ ਹੈ, ਤਾਂ ਫਿਰ ਘਰ ਘਰ ਛੱਡ ਕੇ ਜੰਗਲਾਂ ਵਿੱਚ ਧੂਣੀਆਂ ਤਪਾਉਣ ਵਾਲੇ, ਪੁੱਠੇ ਲਟਕਣ ਵਾਲੇ, ਤਪ ਸਾਧਨਾ ਕਰਨ ਵਾਲੇ ਫਿਰ ਠੀਕ ਨਹੀਂ ਸਨ। ਹੁਣ ਇੱਥੇ ਇੱਕ ਹੋਰ ਸਾਡੇ ਸਾਹਮਣੇ ਸਵਾਲ ਪੈਦਾ ਹੋ ਗਿਆ ਵੀ ਉਹਨਾਂ ਨੇ ਬੜੇ ਆਪਣੇ ਸਰੀਰ ਨੂੰ ਕਸ਼ਟ ਦਿੱਤੇ, ਕਿ ਉਹ ਠੀਕ ਨਹੀਂ ਸੀ? ਪਰ ਨਹੀਂ, ਉਹਨਾਂ ਦਾ ਨਿਸ਼ਾਨਾ ਹੋਰ ਸੀ। ਉਹਨਾਂ ਦਾ ਨਿਸ਼ਾਨਾ ਸੀ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਇਹੋ ਜਿਹਾ ਸਿੜਲੀ ਬਣਾ ਦਿਆ ਜਾਏ ਕਿ ਮਨੁੱਖ ਨਾ ਸੁੱਖ ਮਨ ਦਾ ਅਹਿਸਾਸ ਰੱਖੇ ਤੇ ਨਾ ਹੀ ਦੁੱਖ ਦੀ ਪੀੜ ਮੰਨੇ। ਜੇ ਹੁਣ ਹੋਰ ਜੋ ਥੋੜੀ ਜਿਹੀ ਇਹਨੂੰ ਡੂੰਘਾਈ ਵਿੱਚ ਜਾਈਏ ਤਾਂ ਸਾਫ਼ ਨਜ਼ਰ ਆ ਜਾਂਦਾ ਹੈ ਕਿ ਮਨੁੱਖ ਦੇ ਅੰਦਰ ਰੋਗ ਦਾ ਟਿਕਿਆ ਹੀ ਰਹਿੰਦਾ ਹੈ, ਪਰ ਇਹਨਾਂ ਤਪਾਂ ਦੀ ਰਾਹੀਂ ਉਸ ਰੋਗ ਤੋਂ ਅੱਖਾਂ ਮੀਟ ਲੈਣੀਆਂ ਹੀ ਬੰਦਾ ਬਸ ਅੱਖਾਂ ਮੀਟਣ ਤੱਕ ਹੀ ਆਪਣੇ ਆਪ ਨੂੰ ਲੈ ਕੇ ਜਾਂਦਾ ਹੈ। ਅੰਦਰੋਂ ਹੰਕਾਰ ਤਾਂ ਦੂਰ ਨਾ ਹੋਇਆ, ਅੰਦਰੋਂ ਹਉਮੈ ਤਾਂ ਦੂਰ ਨਾ ਹੋਈ,
ਉਹ ਦੁੱਖ ਜਿਹੜੇ ਅੰਦਰਲੇ ਸਨ ਉਹ ਤਾਂ ਮਿਟੇ ਕੋਈ ਨਾ, ਸਿਰਫ ਅੱਖਾਂ ਮੀਟ ਕੇ ਬੈਠ ਗਿਆ। ਅਜਿਹੀ ਹਾਲਤ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਬੜੇ ਪਿਆਰੇ ਬਚਨ ਲਿਖੇ ਨੇ, ਕਹਿੰਦੇ ਨੇ ਭੀਖੀ ਅਗਰ ਨਾ ਬੁਝੀ ਚਿੰਤਾ ਹੈ ਮਨ ਮਾਹੇ, ਬਰਮੀ ਮਾਰੀ ਸਾਪ ਨਾ ਮਰੇ ਤੇ ਉਹ ਨਿਗੁਰੇ ਕਰਮ ਕਮਾਹੇ। ਇਹਨਾਂ ਭੀਖਾਂ ਦੇ ਨਾਲ ਇਹ ਜਿਹੜੀ ਚਿੰਤਾ ਨਹੀਂ ਮੁੱਕਦੀ, ਅੰਦਰਲੇ ਦੁੱਖ ਦੂਰ ਨਹੀਂ ਹੁੰਦੇ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਬਚਨ ਹੈ, ਵਡਹੰਸਕੀ ਵਾਰ ਦੇ ਵਿੱਚ ਆਉਂਦਾ ਹੈ, ਸਤਿਗੁਰ ਦਾਤਾ ਸੇਵੀਐ ਸ਼ਬਦ ਵਸੇ ਮਨ ਆਏ, ਮਨ ਤਾਂ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ। ਸ਼ਬਦ ਪੂਰਾ ਆਪ ਜੀ ਦੀ ਸਕਰੀਨ ਤੇ ਹੈ, ਤਾਂ ਮੈਂ ਬਹੁਤਾ ਸਮਾਂ ਇਸ ਪਾਸੇ ਨਹੀਂ ਲੈਂਦਾ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀਆਂ ਗੱਲਾਂ ਸਮਝਾਈਆਂ, ਕਹਿੰਦੇ ਨੇ ਇਹ ਚੀਜ਼ਾਂ ਕਿਉਂਕਿ ਉਹਨੂੰ ਕਿਸੇ ਦੇ ਦੁੱਖ ਦਾ ਅਹਿਸਾਸ ਨਹੀਂ ਸੀ। ਹੁਣ ਅਗਲੀ ਗੱਲ ਕਰੀਏ ਵੀ ਸੁੱਖ ਦਾ ਆਦਰਸ਼ ਹੀ ਸਾਡੇ ਲਈ ਗਲਤ ਹੈ। ਕੁਦਰਤ ਨੇ ਸਾਡਾ ਸਰੀਰ ਇਹੋ ਜਿਹਾ ਨਹੀਂ ਬਣਾਇਆ ਕਿ ਸਾਨੂੰ ਸੁੱਖ ਦੀ ਲੋੜ ਹੀ ਨਾ ਹੋਵੇ। ਖਿਆਲ ਕਰਨਾ, ਸੁੱਖ ਤੇ ਖੁਸ਼ੀ ਹਿਰਦੇ ਨੂੰ ਤਾਂ ਖੇੜਾ ਦਿੰਦੇ ਹਨ। ਖੁਸ਼ੀ ਤੋਂ ਬਿਨਾਂ ਜੀਵ ਰਹਿ ਨਹੀਂ ਸਕਦਾ। ਹੁਣ ਆਪਾਂ ਦੂਸਰਾ ਪਾਸਾ ਵੀ ਵੇਖ ਲਈਏ, ਪਰ ਖੁਸ਼ੀ ਦੀ ਭਾਲ ਠੀਕ ਢੰਗ ਨਾਲ, ਖੁਸ਼ੀ ਨੂੰ ਠੀਕ ਢੰਗ ਨਾਲ ਲੱਭਣਾ ਇਹ ਬੜਾ ਜ਼ਰੂਰੀ ਹੈ। ਇੱਕ ਹੱਡਬੀਤੀ ਇੱਕ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ, ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਕਹਿੰਦੇ ਨੇ ਮੇਰਾ ਇੱਕ ਮਿੱਤਰ ਸੀ ਜਿਹਦੀ ਕੋਈ 50 ਸਾਲ ਦੇ ਕਰੀਬ ਉਹਦੀ ਉਮਰ ਹੋਏਗੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਹੱਡਬੀਤੀ ਲਿਖੀ, ਦੋਵਾਂ ਮੋਢਿਆਂ ਦੇ ਵਿਚਕਾਰ ਕੋਈ ਅਜਿਹੀ ਤਕਲੀਫ ਹੋਈ ਕਿ ਉਹ ਆਪਣੇ ਮੋਢੇ ਹਿਲਾ ਨਹੀਂ ਸੀ ਸਕਦਾ। ਮੈਂ ਉਹਨੂੰ ਸਲਾਹ ਦਿੱਤੀ ਕਿ ਮੋਢਿਆਂ ਦੀ ਥੋੜੀ ਥੋੜੀ ਵਰਜਿਸ਼ ਕਰੇ। ਉਹ ਲਿਖਦੇ ਨੇ ਕਿ ਮੈਂ ਉਹਨੂੰ ਸਲਾਹ ਦਿੱਤੀ ਕਿ ਮੋਢਿਆਂ ਦੀ ਥੋੜੀ ਥੋੜੀ ਕਸਰਤ ਕਰ, ਐਕਸਰਸਾਈਜ਼ ਕਰ, ਮੋਢੇ ਥੋੜੇ ਤੇ ਹਿਲਾ। ਕਹਿੰਦੇ ਬੜਾ ਹੈਰਾਨ ਹੋਇਆ ਮੇਰੀ ਇਸ ਸਲਾਹ ਦੇ ਉੱਤੇ। ਕਹਿਣ ਲੱਗਾ ਮੈਂ ਤਾਂ ਮੋਢੇ ਹਿਲਾ ਨਹੀਂ ਸਕਦਾ ਤੇ ਤੁਸੀਂ ਮੈਨੂੰ ਵਰਜਿਸ਼ ਵਾਲਾ ਕਸ਼ਟ ਕਿਵੇਂ ਝੱਲ ਲਵਾਂਗਾ, ਇਹ ਐਕਸਰਸਾਈਜ਼ ਵਾਲਾ ਕਸ਼ਟ ਮੈਂ ਕਿਵੇਂ ਆਪਣੇ ਝੱਲ ਲਵਾਂਗਾ। ਮੈਂ ਫਿਰ ਕਿਹਾ ਨਹੀਂ ਉਠੋ, ਇਹ ਕਸ਼ਟ ਨਹੀਂ ਹੈ, ਤੁਸੀਂ ਸੁੱਖ ਦਾ ਖਿਆਲ ਗਲਤ ਬਣਾਈ ਬੈਠੇ ਹੋ। ਇਹ ਕਸ਼ਟ ਚੱਲਿਆ ਹੀ ਤੁਹਾਨੂੰ ਸੁੱਖ ਮਿਲੇਗਾ। ਜਦੋਂ ਕਹਿੰਦੇ ਨੇ ਯੋਗਾ ਅਭਿਆਸ ਦੇ ਤਰੀਕੇ ਅਨੁਸਾਰ ਉਹਨੂੰ ਮੋਢਿਆਂ ਵਾਲਾ ਆਸਣ ਕੀਤਾ ਤਾਂ 3-4 ਦਿਨਾਂ ਵਿੱਚ ਹੀ ਉਹਦੇ ਮੋਢਿਆਂ ਦੀ ਤਕਲੀਫ ਘਟਣੀ ਸ਼ੁਰੂ ਹੋ ਗਈ ਔਰ ਅਖੀਰ ਕੁਝ ਦਿਨਾਂ ਬਾਅਦ ਉਹਦੇ ਮੋਢੇ ਬਿਲਕੁਲ ਜੁੜੇ ਹੋਏ ਜਿਹੜੇ ਸਨ ਉਹ ਠੀਕ ਹੋ ਗਏ। ਸੋ ਅਸੀਂ ਆਮ ਤੌਰ ਤੇ ਸੁੱਖ ਦੇ ਆਦਰਸ਼ ਨੂੰ ਗਲਤ ਬਣਾਈ ਰੱਖਦੇ ਹਾਂ। ਜਾਣ ਬੁੱਝ ਕੇ ਦੁੱਖ ਨਹੀਂ ਸਹਾਰਨੇ, ਸਗੋਂ ਸੁੱਖ ਦੇ ਆਦਰਸ਼ ਨੂੰ ਠੀਕ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸੁੱਖ ਕੀ ਚੀਜ਼ ਹੈ, ਸੁੱਖ ਮਿਲਦਾ ਕਿਵੇਂ ਹੈ, ਸੁੱਖ ਦੇ ਵਿੱਚੋਂ ਕਿਵੇਂ ਸਾਨੂੰ ਆਨੰਦ ਮਿਲਦਾ ਹੈ। ਇੱਕ ਹੋਰ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ, ਬਾਕੀ ਫਿਰ ਅਗਲੇ ਹਫ਼ਤੇ ਅਸੀਂ ਵਿਚਾਰ ਕਰਾਂਗੇ। ਵੀ ਪਸ਼ੂ ਪਿੰਡਾਂ ਦੇ ਵਿੱਚ ਦੇਖਿਆ ਤੁਸੀਂ, ਘਰਾਂ ਵਿੱਚ ਪਸ਼ੂ ਰੱਖੇ ਜਾਂਦੇ ਨੇ, ਮੱਝਾਂ ਗਾਵਾਂ ਹੋਰ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਔਰ ਉਹ ਗੋਹਾ ਜਾਂ ਮਲ ਮੂਤਰ ਜੋ ਕਰਦੇ ਨੇ ਬੜਾ ਬਦਬੂ ਜਿਹਾ ਆਉਂਦਾ ਹੈ। ਹੁਣ ਕੱਲੀ ਉਹਦੀ ਬਦਬੂ ਦੇਖਾਂਗੇ ਤਾਂ ਬੜਾ ਦੁੱਖ ਲੱਗਦਾ ਹੈ, ਪਰ ਜਦੋਂ ਉਹਨਾਂ ਦਾ ਉਹ ਕੀਤਾ ਹੋਇਆ ਗੋਹਾ ਜਾਂ ਗੋਬਰ ਜਿਹਨੂੰ ਅਸੀਂ ਕਹਿੰਦੇ ਹਿੰਦੀ 'ਚ, ਗੋਹਾ ਪੰਜਾਬੀ 'ਚ ਕਹਿੰਦੇ ਨੇ, ਉਹ ਅਸੀਂ ਚੁੱਕ ਕੇ ਸੁੱਕ ਕੇ ਜਦੋਂ ਖੇਤਾਂ ਵਿੱਚ ਜਾ ਕੇ ਸੁੱਟਦੇ ਆ, ਉਹ ਤਾਂ ਸੁੱਖ ਦਾ ਵਸੀਲਾ ਬਣ ਜਾਂਦਾ ਹੈ, ਕਿਉਂਕਿ ਉਹ ਖਾਦ ਹੈ, ਫਰਟੀਲਾਈਜ਼ਰ ਹੈ, ਇੱਕ ਕੁਦਰਤੀ ਖਾਦ ਹੈ ਤਾਂ ਬੜਾ ਬਦਬੂ ਵਾਲਾ ਸੀ। ਜਿਹੜੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਇਹ ਗੱਲ ਪਤਾ ਹੋਏਗੀ। ਪਰ ਜਦੋਂ ਉਹਦੀ ਵਰਤੋਂ ਸਹੀ ਢੰਗ ਨਾਲ ਹੋ ਗਈ ਤਾਂ ਉਹਦੇ ਵਿੱਚੋਂ ਬੜਾ ਸੁੱਖ ਅੱਗੇ ਆ ਗਿਆ, ਉਹ 'ਚ ਫਸਲ ਪੈਦਾ ਹੋਈ। ਉਸ ਜਿਹੜੀ ਚੀਜ਼ ਸਾਨੂੰ ਗੰਦੀ ਲੱਗਦੀ ਸੀ, ਅਸਲ ਵਿੱਚ ਉਹ ਸਾਨੂੰ ਸੁੱਖੀ ਤੇ ਵਧੀਆ ਲੱਗਣ ਲੱਗ ਪਈ। ਤਾਂ ਮੇਰਾ ਸਿਰਫ ਕਹਿਣ ਦਾ ਮਤਲਬ ਹੈ ਕਿ ਦੁੱਖ ਸੁੱਖ ਨੂੰ ਸਮਝਣ ਦੇ ਲਈ ਸਾਡੀ ਸੋਚ ਦਾ ਜਿਹੜਾ ਦਾਇਰਾ ਹੈ, ਨਜ਼ਰੀਆ ਹੈ, ਇਹਨੂੰ ਬੜਾ ਡਿਵੈਲਪ ਕਰਨ ਦੀ ਲੋੜ ਹੈ। ਜਦ ਤੱਕ ਅਸੀਂ ਇਸ ਸੁੱਖ ਦੁੱਖ ਦੇ ਇਸ ਦਾਇਰੇ ਨੂੰ, ਆਪਣੀ ਸੋਚ ਦੇ ਇਸ ਨਜ਼ਰੀਏ ਨੂੰ ਨਹੀਂ ਸਮਝਦੇ ਗੁਰਬਾਣੀ ਦੇ ਮੁਤਾਬਕ,
ਗੁਰੂ ਆਸ਼ੇ ਮੁਤਾਬਕ ਉਨੀ ਦੇਰ ਤੱਕ ਸਾਡੀ ਜ਼ਿੰਦਗੀ ਸੁੱਖਾਂ ਦੁੱਖਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਗੁਰੂ ਕਿਰਪਾ ਕਰੇ ਸਾਡੀ ਇਹ ਸਮਝ ਬਣੇ, ਸਾਡੀ ਇਹ ਸੋਚ ਦਾ ਢੰਗ ਬਣੇ, ਅਸੀਂ ਕਿਸ ਢੰਗ ਨਾਲ ਸੋਚਣਾ ਹੈ, ਕਿਵੇਂ ਅੱਗੇ ਚੱਲਣਾ ਹੈ, ਇਸ ਵਿਸ਼ੇ ਨੂੰ ਆਪਾਂ ਅਗਲੇ ਹਫ਼ਤੇ ਨਾਲ ਵਿਚਾਰ ਕਰਕੇ ਸਮਾਪਤੀ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।